ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ, ਐਡੂਲੈਡ ਇਮੀਗ੍ਰੇਸ਼ਨ ਦਾ ਸੰਚਾਲਕ। ਅੱਜ ਇੱਕ ਨਵੇਂ ਉਪਰਾਲੇ ਦੇ ਨਾਲ ਤੁਹਾਡੇ ਸਾਹਮਣੇ ਇਸ ਟਾਈਮ ਦੇ ਉੱਤੇ ਰੂਬਰੂ ਹਾਂ, ਤਾਂ ਕਿ ਮੈਕਸੀਮਮ ਜਿਹੜੇ ਸਟੂਡੈਂਟ ਦੇ ਨਾਲ ਹੈ ਗੱਲਬਾਤ ਕੀਤੀ ਜਾ ਸਕੇ। ਉਹਨਾਂ ਦੇ ਜਿਹੜੇ ਡਾਊਟਸ ਆ ਉਹ ਕਲੀਅਰ ਕੀਤੇ ਜਾ ਸਕਣ। ਇਹ ਉਹ ਸਮਾਂ ਆ ਜਦੋਂ ਬੰਦਾ ਥੋੜਾ ਰਿਲੀਫ ਹੁੰਦਾ, ਪੂਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਥੋੜਾ ਜਿਹਾ ਫ੍ਰੀ ਹੋ ਕੇ ਬੈਠਦਾ ਹੈ। ਸੋ ਮੇਰਾ ਅੱਜ ਇਸ ਲਾਈਵ ਦੇ ਜ਼ਰੀਏ ਬਹੁਤ ਸਾਰੇ ਸਵਾਲ ਨੇ ਮੇਰੇ ਜ਼ਿਹਨ 'ਚ ਤਾਂ ਹੈ ਹੀ ਨੇ, ਜਿਹੜੇ ਮੈਂ ਨੋਟ ਡਾਊਨ ਕੀਤੇ ਆ ਜਦੋਂ ਮੈਂ ਸੋਚਿਆ ਕਿ ਮੈਂ ਅੱਜ ਲਾਈਵ ਹੋਵਾਂਗਾ, ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਾਂਗਾ। ਤੇ ਡੈਫੀਨੇਟਲੀ ਮੇਰੇ ਮਨ 'ਚ ਸਵਾਲ ਸੀ ਕਿ ਮੈਂ ਕਿਹੜੇ-ਕਿਹੜੇ ਗੱਲਾਂ ਦੇ ਉੱਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ। ਉਹ ਵਿਚਾਰ ਸਾਂਝੇ ਕਰਨ ਦੇ ਲਈ ਹੀ ਮੈਂ ਤੁਹਾਡੇ ਨਾਲ ਲਾਈਵ ਹੈ। ਔਰ ਆਈ ਐਮ ਸ਼ੋਰ ਅਬਾਊਟ ਇਟ ਕਿ ਇਹਦੇ 'ਚ ਮੇਰੇ ਕੋਲ ਬਹੁਤ ਸਾਰੇ ਸਵਾਲ ਨੇ। ਜੇ ਤੁਸੀਂ ਮੇਰੇ ਨਾਲ ਅੱਜ ਇਸ ਲਾਈਵ ਸੈਸ਼ਨ ਦੇ ਜ਼ਰੀਏ ਜੁੜ ਰਹੇ ਹੋ ਤੇ ਬੇਚਿੰਤ ਹੋ ਕੇ ਤੁਸੀਂ ਆਪਣੇ ਜਿਹੜੇ ਸਵਾਲ ਆ ਉਹ ਸਾਰੇ ਪੁੱਛ ਸਕਦੇ ਹੋ, ਮੈਨੂੰ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਡੈਫੀਨੇਟਲੀ ਮੈਂ ਤੁਹਾਡੇ ਆਨਸਰਸ ਵੀ ਦਊਂਗਾ, ਕਿਉਂਕਿ ਜਿਹੜਾ ਇਹ ਸੈਸ਼ਨ ਹੈ ਦਿਸ ਇਜ਼ ਅ ਲਾਈਵ ਸੈਸ਼ਨ। ਐਂਡ ਤੁਸੀਂ ਜਿਹੜਾ ਨੀਚੇ ਦੇਖ ਰਹੇ ਹੋ ਕਿ ਨੰਬਰ ਦਿੱਤਾ ਗਿਆ ਹੈ 99 155 62 155, ਇਹ ਨੰਬਰ ਮੇਰੇ ਕੋਲ ਹੈ ਇਸ ਟਾਈਮ ਦੇ ਉੱਤੇ। ਔਰ ਡੈਫੀਨੇਟਲੀ ਜਿੰਨੇ ਵੀ ਕਾਲਸ ਆਉਣਗੇ ਇਸ ਟਾਈਮ ਤੇ ਮੈਂ ਉਹਨਾਂ ਨੂੰ ਆਨਸਰ ਕਰਾਂਗਾ। ਉਮੀਦ ਕਰਦਾ ਵਾਂ ਕਿ ਇਹ ਜਿਹੜਾ ਸੈਸ਼ਨ ਰਹੇਗਾ ਇਹ ਬਹੁਤ ਫਰੂਟਫੁਲ ਰਹੇਗਾ ਉਹਨਾਂ ਸਟੂਡੈਂਟ ਲਈ ਜਿਹੜੇ ਸਿਰਫ ਕੈਨੇਡਾ ਔਰ ਯੂਐਸ ਜਾਣਾ ਚਾਹੁੰਦੇ ਨੇ, ਕਿਉਂਕਿ ਅੱਜ ਮੈਂ ਪਰਟੀਕੂਲਰ ਇਹ ਦੋਨੋਂ ਨੇਬਰ ਕੰਟਰੀਜ਼ ਬਾਰੇ ਗੱਲ ਕਰਨ ਆਇਆ ਵਾਂ। ਰੀਜ਼ਨ ਕੀ ਹੈ ਉਹਦੇ ਪਿੱਛੇ? ਅੱਜ ਬਹੁਤ ਸਾਰਾ ਸਟੂਡੈਂਟ ਆ ਜਿਹੜਾ ਕੈਨੇਡਾ ਦੇ ਵਿੱਚ ਜਾਂ ਤਾਂ ਅਪਲਾਈ ਕਰ ਚੁੱਕਿਆ ਵਾ ਜਾਂ ਅਪਲਾਈ ਕਰਨਾ ਚਾਹੁੰਦਾ ਹੈ, ਬਟ ਕੁਐਸਚਨਸ ਬਹੁਤ ਸਾਰੇ ਦੋਨਾਂ ਦੇ ਹੀ ਨੇ। ਇਹਦੇ ਵਿੱਚ ਕੋਈ ਦੋ ਰਾਹੇ ਨਹੀਂ ਹੈ ਕਿ ਜਿਹਨੇ ਅਪਲਾਈ ਕਰ ਦਿੱਤਾ ਹੋਇਆ ਕਿ ਉਹਦੇ ਕੁਐਸਚਨਸ ਖਤਮ ਹੋ ਗਏ ਨੇ, ਉਹਦੇ ਡਾਊਟਸ ਖਤਮ ਹੋ ਗਏ ਨੇ। ਕੋਈ ਡਾਊਟਸ ਖਤਮ ਨਹੀਂ ਹੋਏ, ਉਹਨਾਂ ਦੇ ਵੀ ਬਹੁਤ ਸਾਰੇ ਡਾਊਟਸ ਨੇ। ਸੋ ਮੈਂ ਇਹੀ ਕਹੂੰਗਾ ਕਿ ਜੇ ਤੁਸੀਂ ਅੱਜ ਅਪਲਾਈਡ ਹੋ ਆਲਰੇਡੀ ਤਾਂ ਵੀ ਤੁਸੀਂ ਮੇਰੇ ਨਾਲ ਇਸ ਲਾਈਵ ਦੇ ਜ਼ਰੀਏ ਜੁੜ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਔਰ ਜੋ ਵੀ ਤੁਸੀਂ ਸਵਾਲ ਪੁੱਛੋਗੇ ਸੋ ਡੈਫੀਨੇਟਲੀ ਤੁਹਾਨੂੰ ਜਿਹੜੇ ਆ ਉਹ ਜਵਾਬ ਦੇਵਾਂਗੇ। ਔਰ ਕਮੈਂਟ ਬਾਕਸ ਦੇ ਜ਼ਰੀਏ ਵੀ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਜਿਵੇਂ ਲਖਵਿੰਦਰ ਜੀ ਨੇ ਲਿਖਿਆ ਕਿ ਕੈਨੇਡਾ ਵੀਜ਼ਾ 2 ਟਾਈਮ ਰਿਫਿਊਜ਼ਲ, ਸੋ ਸਾਰਿਆਂ ਦੇ ਹੀ ਜਵਾਬ ਬਿਲਕੁਲ ਦੇਵਾਂਗੇ। ਔਰ ਸੋਸ਼ਲ ਮੀਡੀਆ ਦੇ ਜ਼ਰੀਏ ਜਿੰਨੇ ਵੀ ਤੁਸੀਂ ਹੋ ਸਕੇ ਤੇ ਜਿੰਨੀ ਇਹ ਲਾਈਵ ਸਟਰੀਮਿੰਗ ਹੈ ਇਹ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੇ ਨੀਅਰ ਐਂਡ ਡੀਅਰਸ ਨਾਲ, ਸੋ ਦੈਟ ਇਹ ਜਿਹੜਾ ਲਾਈਵ ਸੈਸ਼ਨ ਹੈ ਮੈਕਸਿਮਮ ਸਟੂਡੈਂਟ ਤੱਕ ਪਹੁੰਚ ਪਾਵੇ। ਏਜੰਡਾ ਕੀ ਹੈ ਅੱਜ ਦੇ ਲਾਈਵ ਦਾ? ਏਜੰਡਾ ਕੀ ਹੈ? ਔਰ ਮੈਂ ਇਸੇ ਤਰ੍ਹਾਂ ਹਰ ਮੰਗਲਵਾਰ ਨੂੰ ਔਰ ਹਰ ਵੀਰਵਾਰ ਨੂੰ ਤੁਹਾਡੇ ਨਾਲ, ਮਤਲਬ ਟਿਊਜ਼ਡੇ ਐਂਡ ਥਰਸਡੇ, ਮੈਂ ਤੁਹਾਡੇ ਨਾਲ ਲਾਈਵ ਸਾਂਝਾ ਹੋਇਆ ਕਰਾਂ, ਗੱਲਬਾਤ ਕਰਿਆ ਕਰਾਂਗੇ। ਔਰ ਤੁਹਾਡੇ ਜੋ ਵੀ ਕਨਫਿਊਜ਼ਨਸ ਹੈ ਉਹਨਾਂ ਨੂੰ ਦੂਰ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ। ਮੇਰੇ ਜ਼ਹਿਨ 'ਚ ਬਹੁਤ ਸਾਰੇ ਸਵਾਲ ਸੀ ਤਾਂ ਹੀ ਮੈਂ ਨੋਟ ਡਾਊਨ ਕੀਤੇ ਨੇ ਕਿ ਐਕਚੁਅਲੀ ਵਿੱਚ ਪਹਿਲੀ ਗੱਲ ਤਾਂ ਬਹੁਤ ਸਾਰੇ ਸਟੂਡੈਂਟ ਦਾ ਸਵਾਲ ਹੈ ਕਿ ਜੀ ਐਕਚੁਅਲੀ ਇਨਟੇਕ ਕਿਹੜਾ ਹੈ ਜੀ। ਬਹੁਤ ਸਾਰੀ ਕਨਫਿਊਜ਼ਨ ਚੱਲਦੀ ਆ ਰਹੀ ਹੈ ਕਿ ਸਰ ਇਨਟੇਕ ਕਿਹੜਾ ਹੈ, ਅਵੇਲੇਬਿਲਿਟੀ ਕੀ ਹੈ, ਕਿ ਇਸ ਟਾਈਮ ਦੇ ਉੱਤੇ ਮਈ ਇਨਟੇਕ ਵਾਲਾ ਜਾ ਸਕਦਾ ਹੈ, ਨਵੀਂ ਐਪਲੀਕੇਸ਼ਨ ਅਪਲਾਈ ਕਰ ਸਕਦਾ ਹੈ, ਕੀ ਇਸ ਟਾਈਮ ਦੇ ਉੱਤੇ ਸਪਟੈਂਬਰ ਔਰ ਮਈ ਤੋਂ ਇਲਾਵਾ ਵੀ ਕੋਈ ਇਨਟੇਕ ਖੁੱਲ੍ਹਾ ਹੈਗਾ ਵਾ ਜਾਂ ਸਪਟੈਂਬਰ ਹੀ ਹੈ। ਕਈ ਸਟੂਡੈਂਟ ਤਾਂ ਇਹ ਸੋਚ ਕੇ ਬੈਠੇ ਨੇ ਹੁਣ ਕਿ ਜਿਹੜਾ ਇਨਟੇਕ ਹੈ ਉਹ ਸਿਰਫ ਹੁਣ ਜਨਵਰੀ 2023 ਰਹਿ ਗਿਆ ਔਰ ਸਪਟੈਂਬਰ ਦੇ ਵਿੱਚ ਵੀ ਸੀਟਸ ਅਵੇਲੇਬਲ ਨਹੀਂ ਹੈਗੀਆਂ ਔਰ ਕਿਸੇ ਵੀ ਸੀਟਸ ਨੂੰ ਅਵੇਲੇਬਿਲਿਟੀ ਨਹੀਂ ਹੈਗੀ। ਸੋ ਇਹ ਚੀਜ਼ ਵੇਖਦੇ ਹੋਏ ਮੈਂ ਇਸੇ ਲਈ ਇਹ ਅੱਜ ਤੁਹਾਨੂੰ ਪਹਿਲਾਂ ਤਾਂ ਐਕਚੁਅਲੀ ਇਨਟੇਕਸ ਦੀ ਜਿਹੜੀ ਅਵੇਲੇਬਿਲਿਟੀ ਹੈ ਪ੍ਰੈਜ਼ੈਂਟਲੀ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ। ਕੋਸ਼ਿਸ਼ ਕਰਨ ਲੱਗਿਆ ਵਾਂ ਕਿ ਸਾਰੇ ਕਾਲਜਾਂ ਦੇ ਨਾਮ ਵੀ ਦੱਸਾਂ ਔਰ ਜਿਹੜੇ ਉਹਨਾਂ ਦੇ ਵਿੱਚ ਪ੍ਰੋਗਰਾਮਸ ਅਵੇਲੇਬਲ ਨੇ ਅੱਜ ਦੀ ਡੇਟ ਦੇ ਵਿੱਚ ਉਹ ਵੀ ਤੁਹਾਨੂੰ ਦੱਸਾਂ, ਕਿਉਂਕਿ ਅੱਜ ਹੀ ਲੇਟੈਸਟ ਜਿਹੜੀ ਹੈ ਉਹ ਸ਼ੇਅਰ ਹੋਈ ਹੈ ਮੇਰੇ ਨਾਲ। ਕਾਲਜਸ ਵੱਲੋਂ ਈਮੇਲ ਆਈਆਂ ਨੇ, ਬਹੁਤ ਸਾਰੇ ਕਾਲਜਸ ਵੱਲੋਂ ਮੇਲ ਆਈਆਂ ਨੇ। ਸੋ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿਹੜੇ ਕਿਹੜੇ ਕਾਲਜਸ ਅਵੇਲੇਬਲ ਨੇ, ਕਿਹੜੇ ਪ੍ਰੋਗਰਾਮਸ ਅਵੇਲੇਬਲ ਨੇ। ਦੂਜਾ ਸਵਾਲ ਮੇਰੇ ਜ਼ਿਹਨ 'ਚ ਸੀਗਾ ਜਿਹੜਾ ਸਟੂਡੈਂਟ ਦੇ ਮਨ ਦੇ ਵਿੱਚ ਵੀ ਹੈ ਕਿ ਆਫਰ ਲੈਟਰ ਦਾ ਜਿਹੜਾ ਟਰਨ ਅਰਾਊਂਡ ਟਾਈਮ ਹੈ, ਟੈਟ ਕੀ ਹੁੰਦਾ ਹੈ, ਉਹ ਐਕਚੁਅਲ ਦੇ ਵਿੱਚ ਕੀ ਹੈ, ਔਰ ਸਟੂਡੈਂਟ ਜਿਹੜਾ ਹੈ ਉਹ ਵੇਟ ਕਿਉਂ ਕਰਦਾ ਵਾ ਆਫਰਾਂ ਦੀ, ਇੰਨੀ ਜ਼ਿਆਦਾ ਵੇਟ ਕਿਉਂ ਕਰਦਾ ਵਾ ਸਟੂਡੈਂਟ। ਸੋ ਇਹ ਚੀਜ਼ ਨੂੰ ਵੇਖਦੇ ਹੋਏ ਵੀ ਕਲੈਰਿਟੀ ਦੇਣੀ ਹੈ ਮੈਂ ਤੁਹਾਨੂੰ ਕਿ ਆਫਰ ਲੈਟਰ ਦਾ ਟਰਨ ਅਰਾਊਂਡ ਟਾਈਮ ਤਾਂ ਸੀਗਾ ਜੀ 6 ਦਿਨ ਕਾਲਜ ਦਾ, ਬਟ ਅੱਜ ਅਪਲਾਈ ਕੀਤੇ ਨੂੰ ਹੋ ਗਏ 40 ਦਿਨ। ਤੁਹਾਡੀ ਆਫਰ ਕਿਉਂ ਨਹੀਂ ਆ ਰਹੀ? ਇਹ ਸਵਾਲ ਵੀ ਸਟੂਡੈਂਟ ਦੇ ਜ਼ਿਹਨ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈ। ਸੋ ਇਹਨੂੰ ਵੀ ਦੂਰ ਕਰਾਂਗੇ, ਅੱਜ ਗੱਲਬਾਤ ਕਰਾਂਗੇ ਇਸ ਲਾਈਵ ਦੇ ਜ਼ਰੀਏ। ਸੋ ਆਈ ਐਮ 100% ਸ਼ੋਰ ਕਿ ਮੈਂ ਤੁਹਾਡੇ ਆਨਸਰ ਦਊਂਗਾ। ਟਿਊਸ਼ਨ ਫੀਸ ਇੰਪੋਰਟੈਂਟ ਕੀ ਹੈ? ਅੱਜ ਤੁਹਾਡਾ ਆਫਰ ਆ ਚੁੱਕਿਆ ਹੈ
ਔਰ ਤੁਸੀਂ ਟਿਊਸ਼ਨ ਫੀਸ ਭਰਨਾ ਚਾਹੁੰਦੇ ਹੋ ਪਰ ਵੇਟ ਕਰ ਰਹੇ ਕੋਈ ਨਾ ਕੋਈ ਸਰਕਮਸਟੈਂਸਸ ਹੈ, ਉਹ ਟਿਊਸ਼ਨ ਫੀਸ ਕਿੰਨੀ ਜਲਦੀ ਭਰਨੀ ਚਾਹੀਦੀ ਹੈ ਔਰ ਕਿਸ ਕਿਸ ਤਰ੍ਹਾਂ ਭਰਨੀ ਚਾਹੀਦੀ ਹੈ, ਉਹ ਉਹਦੇ ਬਾਰੇ ਵੀ ਮੈਂ ਗਾਈਡੈਂਸ ਦੇਣਾ ਚਾਹੁੰਦਾ ਹਾਂ, ਕਿਉਂਕਿ ਮੈਂ ਦੇਖ ਰਿਹਾ ਬਹੁਤ ਸਾਰੇ ਸਟੂਡੈਂਟ ਜਿਹੜੇ ਹੈ ਉਹ ਪਰੇਸ਼ਾਨੀ ਦਾ ਸਾਹਮਣਾ ਕਰਦੇ ਨੇ। ਰੀਜ਼ਨ ਬੀਂਗ ਜਸਟ ਕਿ ਆਫਰ ਤਾਂ ਆ ਗਿਆ, ਪਰ ਫੀਸ ਕਿੱਦਾਂ ਭਰਾਂ, ਮੈਂ ਫਲਾਈ ਵਾਇਰ ਦੇ ਥਰੂ ਭਰਾਂ, ਮੈਂ CIBC ਦੇ ਚੈਨਲ ਦੇ ਥਰੂ ਭਰਾਂ, ਮੈਂ ਤਾਂ ਡਾਇਰੈਕਟ ਦੇਖਦਾ ਪਿਆ ਵਾਂ ਕਿ ਬੈਂਕ ਦੀ ਡਿਟੇਲਸ ਨਹੀਂ ਹੈਗੀਆਂ ਸਰ ਕਾਲਜ ਦੀਆਂ, ਮੈਂ ਫੀਸ ਭਰਨੀ ਚਾਹੁੰਦਾ ਸੀ, ਨਾ ਕੰਸਲਟੈਂਟ ਦੱਸ ਰਿਹਾ ਕੁਝ, ਨਾ ਏਜੰਟ ਹੱਥ ਪੱਲਾ ਫੜਾ ਰਿਹਾ ਕੁਝ, ਸੋ ਉਹ ਕਿਸ ਤਰ੍ਹਾਂ ਕਰਾਂ, ਉਹ ਵੀ ਬਹੁਤ ਜ਼ਿਆਦਾ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ। ਸਟੂਡੈਂਟ ਦੀ ਆਫਰ ਆ ਗਈ ਹੈ ਫਿਰ ਵੀ ਕਨਫਿਊਜ਼ਨਸ ਆਰ ਦੇयर, ਸੋ ਉਹਨੂੰ ਵੀ ਬਿਲਕੁਲ ਸਹੀ ਕਰਾਂ ਦੱਸਾਂਗਾ ਤੁਹਾਨੂੰ ਮੈਂ। GIC ਅਕਾਊਂਟ ਤਾਂ ਪ੍ਰੋਸੈਸਿੰਗ ਕਦੋਂ ਹੋਣੀ ਚਾਹੀਦੀ ਹੈ, ਜੇ ਤੁਸੀਂ ਅੱਜ ਕੈਨੇਡੀਅਨ ਸਟੂਡੈਂਟ ਵੀਜ਼ਾ ਹਾਸਲ ਕਰਨ ਵਾਲੇ ਹੋ, ਸਟਾਰਟ ਕੀਤਾ ਹੈ ਪ੍ਰੋਸੈਸ ਜਾਂ ਕਰਨ ਵਾਲੇ ਹੋ, ਤੇ ਜਿਹੜਾ GIC ਦਾ ਸਮਾਂ ਹੁੰਦਾ ਹੈ ਉਹ GIC ਕਦੋਂ ਹੋਣਾ ਚਾਹੀਦਾ, ਐਗਜ਼ੈਕਟ GIC ਕਦੋਂ ਅਪਲਾਈ ਕਰਨਾ ਚਾਹੀਦਾ ਹੈ, ਕਦੋਂ ਡਿਪੋਜ਼ਿਟ ਕਰਨਾ ਚਾਹੀਦਾ, ਇਹਦੇ ਵੀ ਟਾਈਮਿੰਗ ਹੁੰਦੀਆਂ ਨੇ। ਜੇ ਤੁਸੀਂ ਉਹਦੀ ਟਾਈਮਿੰਗਸ ਨੂੰ ਪਕੜ ਲਿਆ ਤੇ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਵੀਜ਼ਾ ਦੇ ਪ੍ਰੋਸੈਸ ਨੂੰ ਹੋਰ ਸਮੂਥ ਕਰ ਦਿੱਤਾ। ਮਤਲਬ ਤੁਸੀਂ ਇਹ ਚੀਜ਼ ਦੇਖਣੀ ਹੈ ਕਿ GIC ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ, what is the right time to process the GIC, ਇਹ ਵੀ ਆਪਾਂ ਧਿਆਨ ਦੇਣਾ। ਦੈਨ ਨੈਕਸਟ, ਸਟੂਡੈਂਟ ਦਾ ਮੈਡੀਕਲ ਨੂੰ ਲੈ ਕੇ ਬਹੁਤ ਇਸ਼ੂਜ਼ ਆਉਂਦੇ ਨੇ। ਸਟੂਡੈਂਟ ਮੈਡੀਕਲ ਨੂੰ ਲੈ ਕੇ ਵੀ ਸੋਚਦਾ ਹੈ ਕਿ ਮੈਂ ਕਦੋਂ ਕਰਾਵਾਂ ਮੈਡੀਕਲ, ਹੁਣ ਜਦੋਂ ਕਰਾਉਣਾ ਤੇ ਮੈਨੂੰ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ, ਮੈਂ ਕਿਵੇਂ ਕਰਾਂ, ਕੀ ਕਰਾਂ, ਕੋਈ ਗਾਈਡੈਂਸ ਨਹੀਂ ਮਿਲਦੀ। ਜਦੋਂ ਸਟਾਰਟਿੰਗ ਹੁੰਦੀ ਹੈ ਕੰਸਲਟੈਂਟ ਜ਼ਰੂਰ ਕਹਿੰਦਾ ਕਿ ਤੇਰੀ ਬੱਚੇ ਰਿਸਪੌਂਸਿਬਿਲਿਟੀ ਤਾਂ ਮੇਰੀ ਹੈ ਸਾਰੀ, ਬਟ ਉਹ ਸਾਰੀ ਰਿਸਪੌਂਸਿਬਿਲਿਟੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਦਰਕਿਨਾਰ ਹੋ ਜਾਂਦੀ ਹੈ ਜਦੋਂ ਮੈਡੀਕਲ ਦੀ ਅਪਾਇੰਟਮੈਂਟ ਵਾਸਤੇ ਕੰਸਲਟੈਂਟ ਜਿਹੜਾ ਕਾਲ ਵੀ ਨਹੀਂ ਚੱਕਦਾ ਫਿਰ, ਤੇ ਬੱਚਾ ਮੈਡੀਕਲ ਦੇ ਲਈ ਇੱਧਰ ਉੱਧਰ ਘੁੰਮਦਾ ਹੈ ਔਰ ਉਹਨੂੰ ਕੁਝ ਸਮਝ ਨਹੀਂ ਆਉਂਦਾ। ਸੋ ਇਹਦੇ ਉੱਤੇ ਕਲੈਰਿਟੀ ਬਹੁਤ ਜ਼ਰੂਰੀ ਸੀਗੀ ਅੱਜ, ਇਹਦੇ ਉੱਤੇ ਵੀ ਕਲੈਰਿਟੀ ਰੱਖਾਂਗਾ। ਜੇ ਤੁਹਾਡੇ ਜ਼ਿਹਨ 'ਚ ਕੋਈ ਆਂਦਾ ਵਾ ਕੁਐਸਚਨ, ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ, ਤੁਸੀਂ ਮੈਨੂੰ ਲਾਈਵ ਕਾਲ ਕਰ ਸਕਦੇ ਹੋ ਇਸ ਟਾਈਮ ਦੇ ਉੱਤੇ ਵੀ, ਔਰ ਤੁਸੀਂ ਮੈਨੂੰ ਮੈਸੇਜ ਡ੍ਰੌਪ ਕਰ ਸਕਦੇ ਹੋ। ਜੇ ਤੁਸੀਂ ਇਸ ਟਾਈਮ ਲਾਈਵ ਕਾਲ ਨਹੀਂ ਕਰਨਾ ਚਾਹੁੰਦੇ, ਮੈਸੇਜ ਡ੍ਰੌਪ ਕਰ ਸਕਦੇ ਹੋ, ਮੈਂ ਡੈਫੀਨੇਟਲੀ ਤੁਹਾਡਾ ਜਿਹੜਾ ਮੈਸੇਜ ਜਿਹੜਾ ਵਾ ਉਹ ਰੀਡ ਕਰਕੇ ਤੁਹਾਨੂੰ ਆਨਸਰ ਕਰਾਂਗਾ। ਸੋ ਨੈਕਸਟ ਮੇਰੇ ਕੋਲ ਸਵਾਲ ਹੈ ਜੀ, ਇਹ ਤਾਂ ਹੋ ਗਿਆ ਸਾਰਾ ਕੁਝ ਹੋ ਗਿਆ ਬੱਚਿਆਂ ਦਾ, ਬਟ SOP ਦੇ ਉੱਤੇ ਆ ਕੇ ਕਹਾਣੀ ਰੁਕ ਜਾਂਦੀ ਹੈ। SOP ਦਾ ਕੀ ਕਰੀਏ ਜੀ, ਕਿਉਂਕਿ ਜਦੋਂ ਅਪਲਾਈ ਹੁੰਦਾ ਹੈ ਸਟੇਟਮੈਂਟ ਆਫ ਪਰਪਸ, ਜਿਹੜਾ ਵਾ ਕੰਸਲਟੈਂਟ ਵੱਲੋਂ ਵਾਅਦਾ ਹੁੰਦਾ ਹੈ ਕਿ ਜਿਹੜੀ SOP ਹੈ ਸਟੇਟਮੈਂਟ ਆਫ ਪਰਪਸ ਹੈ, ਬਿਲਕੁਲ ਅਸੀਂ ਹੀ ਲਿਖਾਂਗੇ, ਹੋਰ ਕੋਈ ਨਹੀਂ ਲਿਖੂਗਾ। ਬਟ ਇਨ ਦਾ ਮੀਨ ਟਾਈਮ ਬੱਚੇ ਨੂੰ ਜਿਹੜਾ ਸਟੇਟਮੈਂਟ ਆਫ ਪਰਪਸ ਜਿਹੜਾ ਉਹ ਨਹੀਂ ਲਿਖਿਆ ਜਾਂਦਾ, ਉਹ ਐਕਸਪਰਟਾਈਜ਼ ਨਹੀਂ ਆਉਂਦੀ, ਕਿਉਂਕਿ ਸਟੂਡੈਂਟ ਐਜ਼ ਏ ਲੇਮੈਨ ਆਪਣਾ ਜਿਹੜਾ ਵਾ ਪ੍ਰੋਸੈਸ ਨਹੀਂ ਕਰ ਪਾਉਂਦਾ, SOP ਦਾ ਢੰਗ ਨਹੀਂ ਸਮਝ ਪਾਉਂਦਾ। ਵੀ ਆਰ ਵੈਰੀ ਪ੍ਰੋਫੈਸ਼ਨਲ ਐਂਡ ਵੀ ਆਰ ਇਨ ਦਿਸ ਫੀਲਡ ਫਰੋਮ ਲਾਸਟ, ਮੈਂ ਜਿਹੜਾ ਆਪਣੇ ਤਜਰਬੇ ਦੀ ਗੱਲ ਕਰਾਂ ਤਾਂ 15 ਸਾਲਾਂ ਤੋਂ ਇਸ ਲਾਈਨ ਦੇ ਵਿੱਚ ਹੈਗਾ, ਤਾਂ ਆਈ ਨੋ ਵੈਰੀ ਵੈਲ ਕਿ ਹਾਊ ਟੂ ਰਾਈਟ ਦਾ ਸਟੇਟਮੈਂਟ ਆਫ ਪਰਪਸ, ਕਿਹੜੀਆਂ ਚੀਜ਼ਾਂ ਹਾਈਲਾਈਟ ਕਰਨੀਆਂ ਚਾਹੀਦੀਆਂ ਨੇ, ਕਿਹੜੀਆਂ ਚੀਜ਼ਾਂ ਨਹੀਂ ਹਾਈਲਾਈਟ ਕਰਨੀਆਂ ਚਾਹੀਦੀਆਂ। ਸੋ ਇਹਨਾਂ ਸਾਰਿਆਂ ਦੇ ਉੱਤੇ ਸਟੂਡੈਂਟ ਇਸ ਕਨਫਿਊਜ਼ਡ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ। ਸੋ ਉਹ ਚੀਜ਼ ਨੂੰ ਲੈ ਕੇ ਵੀ ਧਿਆਨ ਦੇਣਾ। ਸਟੇਟਮੈਂਟ ਆਫ ਪਰਪਸ ਦੇ ਉੱਤੇ ਵੀ ਗੱਲ ਕਰਾਂਗਾ ਅੱਜ ਮੈਂ, ਰਾਈਟ, ਸਟੇਟਮੈਂਟ ਆਫ ਪਰਪਸ ਦੇ ਉੱਤੇ ਵੀ ਗੱਲ ਕਰਾਂਗੇ ਕਿ ਕੀ ਪ੍ਰੋਬਲਮ ਆਉਂਦੀਆਂ ਨੇ ਬੱਚਿਆਂ ਨੂੰ। ਇਹ ਹੋਗੀ ਕੈਨੇਡਾ ਦੀ ਗੱਲਬਾਤ, ਹਾਲੇ ਤਾਂ ਮੈਂ ਸਿਰਫ ਤੁਹਾਨੂੰ ਹੈਡਿੰਗਸ ਦੱਸ ਰਿਹਾ ਕਿ ਇਹਨਾਂ ਦਾ ਸੋਲੂਸ਼ਨ ਕੀ ਹੈ, ਮੈਂ ਆਪਣੇ ਇਸ ਲਾਈਵ ਦੇ ਜ਼ਰੀਏ ਤੁਹਾਨੂੰ ਦੱਸਣ ਵਾਲਾ ਹਾਂ। US ਨੂੰ ਲੈ ਕੇ, US ਦੇ ਸਭ ਤੋਂ ਪਹਿਲਾਂ ਤਾਂ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਉੱਤੇ ਆ ਕੇ ਸਟੂਡੈਂਟ ਰੁਕਿਆ ਹੋਇਆ ਵਾ ਕਿ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ ਕੀ ਹੈ ਸਰ, ਕੋਈ ਕਲੈਰਿਟੀ ਨਹੀਂ ਹੈ। ਐਲੀਜੀਬਿਲਿਟੀ ਕ੍ਰਾਈਟੇਰੀਆ ਕਿਸ ਤਰ੍ਹਾਂ ਅਸੀਂ ਫਾਈਂਡ ਆਊਟ ਕਰੀਏ ਕਿ ਕੀ ਹੈਗਾ। ਦੂਸਰੀ ਕਨਫਿਊਜ਼ਨ ਆਉਂਦੀ ਕਿ US ਦਾ ਪ੍ਰੋਸੈਸਿੰਗ ਟਾਈਮ ਕਿੰਨਾ ਲੱਗੂਗਾ। US ਜਦੋਂ ਵੀ ਸੁਣਦੇ ਆਪਾਂ, USA ਸੁਣਦੇ ਸਾਰੀ ਸਾਡੇ ਜ਼ਿਹਨ 'ਚ ਆ ਜਾਂਦਾ ਇਹਨੂੰ ਤਾਂ ਲੱਗਦਾ 6 ਮਹੀਨੇ ਸਾਲ ਲੱਗ ਜਾਣਗੇ ਜਾਂ 8 ਮਿੰਟ ਚਾਹੀਦੇ ਹੋਣਗੇ। ਇਸ ਤਰ੍ਹਾਂ ਦੀਆਂ ਸਾਡੇ ਮਨ ਦੇ ਵਿੱਚ ਚੀਜ਼ਾਂ ਚੱਲਦੀਆਂ ਨੇ, ਰੀਜ਼ਨਿੰਗ ਜੋ ਸਾਨੂੰ ਦੱਸਿਆ ਜਾਂਦਾ, ਜੋ ਅਸੀਂ ਸੁਣਦੇ ਹਾਂ ਆਮ ਤੌਰ ਦੇ ਉੱਤੇ, ਉਹੀ ਅਸੀਂ ਸਮਝ ਲੈਂਦੇ ਹਾਂ ਕਿ ਸ਼ਾਇਦ ਇਹੀ ਸੱਚ ਹੋਣਾ। ਬਟ ਇਹਦੇ ਤੇ ਕਲੈਰਿਟੀ ਦਊਂਗਾ ਤੁਹਾਨੂੰ। ਬਿਫੋਰ ਵੀਜ਼ਾ ਕੀ ਐਕਸਪੈਂਸ ਆਉਂਦੇ ਆ, ਬਿਲਕੁਲ ਇੱਕ ਇੱਕ ਨਿਚੋੜ ਕੱਢ ਕੇ ਲੈ ਕੇ ਆਇਆ ਹਾਂ ਕਿ ਜਿਹੜੇ ਐਕਸਪੈਂਸ ਹੈਗੇ ਨੇ ਉਹ ਕੀ ਹੈਗੇ ਨੇ ਬਿਫੋਰ ਵੀਜ਼ਾ। ਮਤਲਬ ਜਦੋਂ ਬੱਚੇ ਨੇ ਵੀਜ਼ਾ ਅਪਲਾਈ ਕਰਨਾ ਹੈ, ਵੀਜ਼ਾ ਆਉਣ ਤੱਕ ਕਿੰਨਾ ਖਰਚਾ ਹੋ ਜਾਂਦਾ ਹੈ, ਕਿਉਂਕਿ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ ਕਿ ਖਰਚਾ
ਖਰਚਾ ਕਿੰਨਾ ਹੋ ਜਾਂਦਾ ਹੈ, ਕਿਉਂਕਿ ਖਰਚਾ ਅਫੋਰਡੇਬਿਲਿਟੀ ਪਾਕਟ ਦੇਖਣੀ ਜ਼ਰੂਰੀ ਪੈ ਜਾਂਦੀ ਹੈ। ਹਰ ਮਾਂ-ਬਾਪ ਆਪਣੀ ਪਾਕਟ ਨੂੰ ਖੰਗਾਲਦੇ ਆ ਪਹਿਲਾਂ ਕਿ ਅਸੀਂ ਕਿੰਨਾ ਕੁ ਇਨਵੈਸਟ ਕਰ ਸਕਦੇ ਹਾਂ। ਸੋ ਖਰਚਾ ਪਤਾ ਹੋਣਾ ਚਾਹੀਦਾ ਹੈ ਜੀ ਪਹਿਲਾਂ। ਸੋ ਨੈਕਸਟ, ਸ਼ੋ ਮਨੀ। ਇਹਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਦਿੰਦੇ ਆ ਸਟੂਡੈਂਟ, ਸ਼ੋ ਮਨੀ। ਸੋ ਮੈਂ ਇਹਦੇ ਤੇ ਵੀ ਗੱਲ ਕਰਾਂਗਾ ਕਿ ਸ਼ੋ ਮਨੀ ਕਿਸ ਤਰ੍ਹਾਂ ਹੋ ਸਕਦੀ ਹੈ। ਤੋ ਇਹ ਚੀਜ਼ਾਂ ਆਪਾਂ ਧਿਆਨ ਦੇਵਾਂਗੇ ਕਿ ਇਹਨਾਂ ਦੇ ਉੱਤੇ ਕੀ ਕੀ ਹੈਗਾ। ਵਾਟ ਇਜ਼ ਦ ਸਰਵਿਸ ਫੀਸ। ਸਟੂਡੈਂਟ ਮੈਨੂੰ ਬਹੁਤ ਪੁੱਛਦੇ ਕਿ ਸਰਵਿਸ ਫੀਸ ਕੀ ਹੈ ਸਰ। ਇਹ ਸਰਵਿਸ ਫੀਸ ਕਿੰਜ ਭਰੀ ਜਾਂਦੀ ਹੈ, ਕਿੰਨੀ ਹੈਗੀ ਹੈ, ਇਹ ਸਾਰੀਆਂ ਚੀਜ਼ਾਂ ਠੀਕ ਹੈ। ਔਰ ਇੱਕ ਚੀਜ਼ ਮੇਨ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਸਟੈਮ ਹੈ, ਸਟੈਮ ਕੀ ਹੁੰਦਾ ਹੈ, ਯੂਐਸਏ ਦੇ ਵਿੱਚ ਸਟੈਮ ਕਿਸ ਤਰ੍ਹਾਂ ਆਪਣਾ ਰੋਲ ਅਦਾ ਕਰਦਾ ਆ। ਯੂਐਸਏ ਦੇ ਲਈ ਜਦੋਂ ਅਸੀਂ ਸਟੈਮ ਦੀ ਗੱਲ ਕਰਦੇ ਹਾਂ ਤਾਂ ਕਿਸ ਤਰ੍ਹਾਂ ਉਹ ਕੀ ਹੁੰਦਾ, ਕੀ ਇਸ ਟਾਈਮ ਉਹ ਕਿਸ ਤਰ੍ਹਾਂ ਚੱਲਦਾ ਆ, ਸਟੂਡੈਂਟ ਲਈ ਕੀ ਬੈਨੀਫੀਸ਼ੀਅਲੀ ਹੈਗਾ ਵਾ, ਸਟੂਡੈਂਟ ਕਿਸ ਤਰ੍ਹਾਂ ਉਹਦਾ ਫਾਇਦਾ ਲੈ ਸਕਦਾ, ਜਿਸ ਟਾਈਮ ਨਹੀਂ ਮਿਲਦਾ ਸਟੂਡੈਂਟ ਨੂੰ, ਸਟੈਮ ਦੇ ਅੰਦਰ ਨਹੀਂ ਆਉਂਦਾ ਸਟੂਡੈਂਟ, ਉਹਦੇ ਕੀ ਨੁਕਸਾਨ ਨੇ। ਮੈਨੂੰ ਲੱਗਦਾ ਅੱਜ ਦੇ ਲਾਈਵ ਦੇ ਵਿੱਚ ਮੈਂ ਇੰਨਾ ਕਵਰ ਅਪ ਕਰਾਂਗਾ ਤੁਹਾਡੇ ਲਈ। ਔਰ ਆਮ ਸ਼ੋਰ ਅਬਾਊਟ ਇਟ ਕਿ ਇਹਦੇ 'ਚ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੋਏਗੀ ਤੁਸੀਂ ਬੇਬਾਕ ਹੋ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਬਿਲਕੁਲ ਸ਼ੇਅਰ ਕਰ ਸਕਦੇ ਹੋ ਵੀਡੀਓ ਨੂੰ, ਜੇ ਤੁਸੀਂ ਅੱਜ ਸਾਡੇ ਨਾਲ ਜੁੜੇ ਹੋ ਤੇ ਬਿਲਕੁਲ ਤੁਸੀਂ ਸ਼ੇਅਰ ਕਰ ਸਕਦੇ ਹੋ। ਮੈਂ ਮੇਕ ਸ਼ੋਰ ਮੈਂ ਹੁਣ ਜਿਹੜੇ ਪੁਆਇੰਟਸ ਬੋਲੇ ਸੀ ਸਾਰੇ ਉਹ ਪੁਆਇੰਟਸ ਮੈਂ ਤੁਹਾਨੂੰ ਦੱਸਣ ਲੱਗਿਆ ਵਾਂ। ਪਹਿਲਾਂ ਤਾਂ ਐਕਚੁਅਲ ਇਨਟੇਕ, ਜੇ ਤੁਸੀਂ ਕੈਨੇਡਾ ਜਾਣ ਦੇ ਚਾਹਵਾਨ ਹੋ ਕਾਪੀ ਪੈਨ ਚੱਕ ਲਓ। ਔਰ ਮੈਂ ਦੱਸਣ ਵਾਲਾ ਹਾਂ ਕਿ ਸੈਪਟੈਂਬਰ ਇਨਟੇਕ ਦੇ ਵਿੱਚ ਕਿਹੜੇ ਕਿਹੜੇ ਕਾਲਜ ਇਸ ਟਾਈਮ ਦੇ ਉੱਤੇ ਬਿਲਕੁਲ ਸਮੂਥਲੀ ਆਫਰ ਲੈਟਰ ਦੇ ਰਹੇ ਨੇ। ਸਮੂਥ ਪ੍ਰੋਸੈਸ ਹੈ ਔਰ ਆਫਰ ਲੈਟਰ 'ਚ ਕੋਈ ਦੇਰੀ ਨਹੀਂ ਹੈ। ਸਭ ਤੋਂ ਪਹਿਲਾਂ ਨਾਮ ਚੱਲ ਰਿਹਾ ਵਾ ਨਾਰਦਰਨ ਕਾਲਜ ਟਿਮਿੰਸ ਓਨਟਾਰੀਓ ਦੇ ਵਿੱਚ, ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਆਫਰ ਲੈਟਰ 2 ਤੋਂ 5 ਦਿਨ ਦੇ ਵਿੱਚ ਦੇ ਰਿਹਾ ਹੈ। ਸੋ ਤੁਸੀਂ ਨਾਰਦਰਨ ਕਾਲਜ ਟਿਮਿੰਸ ਦੇ ਵਿੱਚ ਆਪਣੇ ਕੋਰਸ ਫਾਈਂਡ ਆਊਟ ਕਰ ਸਕਦੇ ਹੋ। ਦੂਸਰਾ ਹੈਗਾ ਵਾ ਨਿਊਯਾਰਕ ਇੰਸਟੀਚਿਊਟ ਆਫ ਟੈਕਨੋਲੋਜੀ ਵੈਨਕੂਵਰ ਬ੍ਰਿਟਿਸ਼ ਕੋਲੰਬੀਆ। ਤੀਸਰੇ ਕਾਲਜ ਦੀ ਗੱਲ ਕਰਾਂਗਾ, ਯੂਨੀਵਰਸਿਟੀ ਦੀ ਗੱਲ ਕਰਾਂਗਾ, ਨਿਪਸਿੰਗ ਯੂਨੀਵਰਸਿਟੀ ਨਾਰਥ ਬੇ ਓਨਟਾਰੀਓ। ਇਹਦੇ ਵਿੱਚ ਕਾਫੀ ਵਧੀਆ ਕੋਰਸਿਸ ਔਰ ਫਾਸਟ ਪ੍ਰੋਸੈਸਿੰਗ ਅਵੇਲੇਬਿਲਿਟੀ ਹੈਗੀ ਆ। ਵੈਨਕੂਵਰ ਕਮਿਊਨਿਟੀ ਕਾਲਜ ਵੈਨਕੂਵਰ ਬ੍ਰਿਟਿਸ਼ ਕੋਲੰਬੀਆ VCC ਦੇ ਵਿੱਚ ਵੀ ਅਵੇਲੇਬਿਲਿਟੀ ਹੈਗੀ ਹੈ। ਸਸਕੈਚੁਅਨ ਪੋਲੀਟੈਕਨਿਕ ਸਸਕਾਟੂਨ, ਇਹਦੇ ਵਿੱਚ ਵੀ ਅਵੇਲੇਬਿਲਿਟੀ ਡੈਫੀਨੇਟਲੀ ਹੈਗੀ ਹੈ ਜੀ। ਲੇਕ ਹੈਡ ਕਾਲਜ ਵੋਮਿਲੀਅਨ ਦੇ ਵਿੱਚ ਅਲਬਰਟਾ ਦੇ ਵਿੱਚ ਤੁਸੀਂ ਇੱਥੇ ਵੀ ਅਪਲਾਈ ਕਰ ਸਕਦੇ ਹੋ। ਸੈਪਟੈਂਬਰ ਇਨਟੇਕ ਦੀ ਗੱਲ ਕਰ ਰਹੇ ਹਾਂ। ਰੇਅਰਸਨ ਯੂਨੀਵਰਸਿਟੀ ਥਰੂ ਦਾ ਰੇਅਰਸਨ ਯੂਨੀਵਰਸਿਟੀ ਇੰਟਰਨੈਸ਼ਨਲ ਕਾਲਜ ਇਹਦੇ ਥਰੂ ਵੀ ਕਰ ਸਕਦੇ ਹੋ। ਡਰਹਮ ਕਾਲਜ ਓਸ਼ਵਾ ਦੇ ਵਿੱਚ ਹੈ ਜੀ ਓਨਟਾਰੀਓ ਦੇ ਵਿੱਚ, ਡੈਫੀਨੇਟਲੀ ਓਪਨ ਹੈ ਸੈਪਟੈਂਬਰ ਦੇ ਲਈ। ਕੈਪਿਲਾਨੋ ਯੂਨੀਵਰਸਿਟੀ ਨਾਰਥ ਵੈਨਕੂਵਰ ਦੇ ਵਿੱਚ ਸਿਚੁਏਟਡ ਹੈ, 11 ਕਿਲੋਮੀਟਰ ਫਰਮ ਦਾ ਵੈਨਕੂਵਰ ਡਾਊਨਟਾਊਨ। ਤੁਸੀਂ ਇਹਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਸਦਰਨ ਅਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ ਕੈਲਗਰੀ ਦੇ ਵਿੱਚ ਹੈ, ਬਿਲਕੁਲ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ। ਸ਼ੈਰਡਨ ਕਾਲਜ ਓਕਵਿਲੇ ਓਨਟਾਰੀਓ ਦੇ ਵਿੱਚ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ। ਓਕਵਿਲ ਕੈਂਪਸ ਅਵੇਲੇਬਲ ਹੈ ਰਾਈਟ ਨਾਓ। ਫੈਨਸ਼ੋ ਕਾਲਜ ਨੇ ਨਵੀਂ ਲਿਸਟ ਸ਼ੇਅਰ ਕਰ ਦਿੱਤੀ ਅੱਜ ਹੀ। ਫੈਨਸ਼ੋ ਕਾਲਜ ਲੰਡਨ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਰੀਓਪਨ ਹੋ ਚੁੱਕੇ ਨੇ। ਜਾਰਜ ਬਰਾਊਨ ਕਾਲਜ ਟੋਰਾਂਟੋ ਦੇ ਵਿੱਚ ਵੀ ਅਵੇਲੇਬਿਲਿਟੀ ਹੈਗੀ ਹੈ। ਕੋਨਸਟੋਗਾ ਕਾਲਜ ਕਿਚਨਰ ਦੇ ਵਿੱਚ ਓਨਟਾਰੀਓ ਦੇ ਵਿੱਚ ਅਵੇਲੇਬਿਲਿਟੀ ਹੈ। ਸੈਲਕ੍ਰਿਕ ਕਾਲਜ ਕੈਸਲਗਾਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਵੇਲੇਬਿਲਿਟੀ ਹੈ। ਇਹਨਾਂ ਸਾਰੇ ਕਾਲਜਸ ਦੇ ਵਿੱਚ ਅੱਛੀ ਅਵੇਲੇਬਿਲਿਟੀ ਹੈ। ਮੇਕ ਸ਼ੋਰ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਤੁਸੀਂ ਇਹਨਾਂ ਦੇ ਵਿੱਚ ਅਪਲਾਈ ਕਰ ਸਕਦੇ ਹੋ। ਜੇ ਗੱਲ ਕਰਾਂ ਤਾਂ ਪ੍ਰੋਗਰਾਮ ਦੀ, ਤੁਸੀਂ ਪ੍ਰੋਗਰਾਮ ਦੀ ਲਿਸਟ ਲੈਣਾ ਚਾਹੁੰਦੇ ਹੋ ਕਿਸੇ ਵੀ ਕਾਲਜ ਦੀ, ਜਿਹੜੇ ਮੈਂ ਨਾਮ ਲਏ ਆ, ਐਡੂਲੈਂਡ ਦੀ ਟੀਮ ਨੂੰ ਸੰਪਰਕ ਕਰ ਸਕਦੇ ਹੋ। ਦਿੱਤੇ ਗਏ ਨੰਬਰ ਦੇ ਉੱਤੇ WhatsApp ਕਰ ਸਕਦੇ ਹੋ ਔਰ ਕਾਲ ਕਰ ਸਕਦੇ ਹੋ। ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਪਾਰਟਿਕੂਲਰ ਕਾਲਜ ਦੀ ਲਿਸਟ, ਅਵੇਲੇਬਿਲਿਟੀ ਆਫ ਦਾ ਪ੍ਰੋਗਰਾਮ ਫॉर ਦਾ ਫਾਲ ਇਨਟੇਕ 2022। ਕਿਉਂਕਿ ਇਸ ਲਾਈਵ ਦੇ ਉੱਤੇ ਇੰਨੇ ਜ਼ਿਆਦਾ ਪ੍ਰੋਗਰਾਮ ਨੇ ਕਿ ਉਹਨਾਂ ਦਾ ਨਾਮ ਲੈਣਾ ਪੋਸੀਬਲ ਨਹੀਂ ਹੈ। ਆਲਮੋਸਟ ਕੋਨਸਟੋਗਾ ਦੀ ਗੱਲ ਕਰਾਂ ਤਾਂ 100 ਪ੍ਰੋਗਰਾਮ ਓਪਨ ਹੈ। 100 more than 100 programs are available in only in Conestoga College. ਜਾਰਜ ਬਰਾਊਨ ਦੇ ਵਿੱਚ ਗੱਲ ਕਰਾਂ ਤਾਂ 50 ਤੋਂ ਵੱਧ 50-60 programs are available still. ਫੈਨਸ਼ੋ ਦੇ ਵਿੱਚ 20 plus programs available ਨੇ। ਸ਼ੈਰਡਨ ਦੇ ਵਿੱਚ ਘੱਟ ਤੋਂ ਘੱਟ 50 to 60 programs are available still. ਸੇਟ ਦੇ ਵਿੱਚ ਗੱਲ ਕਰਾਂ ਤੇ almost 30 plus programs are available. ਕੈਪਿਲਾਨੋ ਦੇ ਵਿੱਚ ਗੱਲ ਕਰਾਂ ਤੇ almost 20 plus programs are available. ਧਰਮ ਕਾਲਜ ਦੇ ਵਿੱਚ ਗੱਲ ਕਰਾਂ ਤਾਂ almost 30 plus programs are available.
ਰੇਅਰਸ ਐਂਡ ਯੂਨੀਵਰਸਿਟੀ 'ਚ ਗੱਲ ਕਰਾਂ ਤਾਂ ਯੂਟੀਪੀ ਹੈ, ਸਿਰਫ ਯੂਟੀਪੀ ਪ੍ਰੋਗਰਾਮਸ ਅਵੇਲੇਬਲ ਨੇ, ਆਰਟਸ ਨੂੰ ਲੈ ਕੇ, ਬਿਜ਼ਨਸ ਮੈਨੇਜਮੈਂਟ ਨੂੰ ਲੈ ਕੇ, ਇੰਟਰਨੈਸ਼ਨਲ ਇਕਨੋਮਿਕਸ ਐਂਡ ਫਾਈਨੈਂਸ ਨੂੰ ਲੈ ਕੇ ਅਵੇਲੇਬਿਲਿਟੀ ਹੈਗੀ ਹੈ। ਲੇਕਲੈਂਡ ਦੀ ਗੱਲ ਕਰਾਂ ਤੇ ਆਲਮੋਸਟ 15 ਪਲੱਸ programs are available. Saskatchewan Polytechnic, more than 30 programs are available. VC, Vancouver Community College, almost 10 programs are available there. PGB ਜਿਹਦੇ 'ਚ ਹੈਗੇ ਡਿਪਲੋਮਾ ਨੈਟਵਰਕਿੰਗ ਦੇ ਲੈ ਕੇ ਔਰ ਕਾਫੀ ਹੋਰ ਪ੍ਰੋਗਰਾਮ ਵੀ। ਨਿਪਿਸਿੰਗ ਦੀ ਗੱਲ ਕਰਾਂ ਤਾਂ 40 ਪ੍ਰੋਗਰਾਮ ਅਵੇਲੇਬਲ ਹੋਣਗੇ ਜੀ, 40 ਪਲੱਸ ਪ੍ਰੋਗਰਾਮਸ। ਨਿਊਯਾਰਕ ਇੰਸਟੀਚਿਊਟ ਆਫ ਟੈਕਨੋਲੋਜੀ ਦੀ ਗੱਲ ਕਰਾਂ ਤਾਂ ਦੋ ਪ੍ਰੋਗਰਾਮ ਨੇ ਜੀ, ਦੋਨੋਂ MBA ਹੈ, ਫਾਈਨੈਂਸ ਵਿੱਚ ਤੇ ਮੈਨੇਜਮੈਂਟ ਦੇ ਵਿੱਚ। ਨਾਰਥਰਨ ਕਾਲਜ ਦੀ ਗੱਲ ਕਰਾਂ ਤਾਂ ਪਰਮਾਰ ਹੈ ਜੀ, ਮਤਲਬ 35 ਪ੍ਰੋਗਰਾਮਸ ਆਰ ਅਵੇਲੇਬਲ ਅਪਰੋਕਸੀਮੇਟਲੀ। ਸੋ ਕਾਫੀ ਸਾਰੇ ਕਾਲਜਸ ਦੇ ਵਿੱਚ ਪ੍ਰੋਗਰਾਮ ਅਵੇਲੇਬਲ ਹੈ। ਤੁਸੀਂ ਕਿਸੇ ਦੀ ਵੀ ਲਿਸਟ ਚਾਹੁੰਦੇ ਹੋ ਤੇ ਤੁਸੀਂ ਦਿੱਤੇ ਗਏ ਜਿਹੜੇ ਬਾਟਮ ਤੇ ਨੰਬਰ ਦਿੱਤਾ ਹੋਇਆ ਵਾ 9915562155, ਇਹਦੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ, WhatsApp ਕਰ ਦਿਓ ਤਾਂ ਕਿ ਅਸੀਂ ਤੁਹਾਡੇ ਨਾਲ ਲਿਸਟ ਸ਼ੇਅਰ ਕਰ ਦਈਏ ਜਿਹੜੇ ਵੀ ਕਾਲਜ ਦੀ ਤੁਸੀਂ ਡਿਮਾਂਡ ਕਰਦੇ ਹੋ, ਤੇ ਤਾਂ ਕਿ ਤੁਸੀਂ ਜਿਹੜਾ ਆਪਣਾ ਪ੍ਰੋਸੈਸ ਹੈ ਉਹ ਬਿਲਕੁਲ ਸਮੂਥ ਬਣਾ ਸਕੋ, ਦਿੱਕਤ ਪਰੇਸ਼ਾਨੀ ਤੋਂ ਬਿਨਾਂ ਹੀ ਤੁਹਾਡਾ ਜਿਹੜਾ ਕੰਮ ਹੈ ਹੋ ਜਾਏ। ਪਹਿਲਾ ਪੁਆਇੰਟ ਆਪਾਂ ਕਲੀਅਰ ਕਰ ਲਿਆ ਅੱਜ ਕਿ ਐਕਚੁਅਲੀ ਇਨਟੇਕ ਕਿਹੜਾ ਤੇ ਅਵੇਲੇਬਿਲਿਟੀ ਕਿਸ ਤਰ੍ਹਾਂ ਦੀ ਹੈਗੀ ਹੈ। ਦੂਸਰਾ ਪੁਆਇੰਟ ਹੈ ਕਿ ਆਫਰ ਲੈਟਰ ਦਾ ਟਰਨ ਅਰਾਊਂਡ ਟਾਈਮ ਕੀ ਹੈ। एक बहुत अहम मुद्दा है। मैं ਬੇਸਿਕਲੀ ਦੇਖ ਰਿਹਾ ਸੀਗਾ ਕਿ ਕਾਫੀ ਬੱਚੇ ਮੈਨੂੰ ਸੰਪਰਕ ਕਰਦੇ ਨੇ, ਕਾਫੀ ਬੱਚੇ ਕੰਟੈਕਟ ਕਰਦੇ ਨੇ ਕਿ ਸਰ ਸਾਡਾ ਜਿਹੜਾ ਆਫਰ ਲੈਟਰ ਹੈਗਾ ਵਾ ਦੈਟ ਇਜ਼ ਨਾਟ ਕਮਿੰਗ ਔਨ ਰਾਈਟ ਟਾਈਮ। ਸਾਨੂੰ ਤਾਂ ਕਿਹਾ ਗਿਆ ਸੀ 15 ਦਿਨ ਚ ਆ ਜਾਂਦਾ, ਬਟ ਕਾਲਜ ਦਾ ਵੀ 15 ਦਿਨ ਦਾ ਟਾਈਮ ਹੈ, ਹੁਣ ਸਾਨੂੰ ਡੇਢ ਮਹੀਨਾ ਹੋ ਚੁੱਕਿਆ, ਸਾਡੀ ਆਫਰ ਨਹੀਂ ਆਈ। ਸੋ ਆਈ ਨੋ ਦੈਟ ਇਹ ਹਰਡਲ ਹੈਗਾ। ਸਭ ਤੋਂ ਪਹਿਲਾਂ ਤਾਂ ਮੈਂ ਸਟੂਡੈਂਟ ਨੂੰ ਇਹ ਕਹਿਣਾ ਚਾਹੂੰਗਾ ਕਿ ਡੂ ਨਾਟ ਅਪਲਾਈ ਇਨਕੰਪਲੀਟ ਐਪਲੀਕੇਸ਼ਨਸ। ਅੱਜ ਤੁਸੀਂ ਕੰਡੀਸ਼ਨਲ ਅਪਲਾਈ ਜ਼ਰੂਰ ਕਰ ਦਿੰਦੇ ਹੋ। ਮੈਂ ਆਪਣੇ 15 ਸਾਲ ਦੇ ਤਜਰਬੇ ਦੇ ਵਿੱਚ ਕੰਡੀਸ਼ਨਲ ਸਟੂਡੈਂਟ ਨੂੰ ਸਕਸੈਸਫੁਲ ਹੁੰਦੇ ਨਹੀਂ ਦੇਖਿਆ। ਜਦ ਤੱਕ ਉਹਦਾ ਆਇਲਟਸ ਆਉਂਦਾ ਵਾ, ਜਦ ਤੱਕ ਉਹਦਾ ਸਭ ਕੁਝ ਹੁੰਦਾ ਔਰ ਤਦ ਤੱਕ ਬਹੁਤ ਸਾਰੀ ਪ੍ਰਾਇੋਰਟੀਜ਼ ਚੇਂਜ ਹੋ ਜਾਂਦੀਆਂ ਨੇ, ਸਟੂਡੈਂਟ ਦਾ ਇੰਟਰਸਟ ਵੀ ਚੇਂਜ ਹੋ ਜਾਂਦਾ ਵਾ, ਜਾਂ ਜਿਹਨੇ ਕੰਡੀਸ਼ਨਲ ਆਫਰ ਦਿੱਤੀ ਹੁੰਦੀ ਕਾਲਜ ਨੇ ਉਹਨੇ ਅਨਕੰਡੀਸ਼ਨਲ ਕਰਨੀ ਬੰਦ ਕਰਤੀ ਹੁੰਦੀ ਆ ਕਿਉਂਕਿ ਉਹਦੀਆਂ ਸੀਟਸ ਫੁੱਲਫਿਲ ਹੋ ਚੁੱਕੀਆਂ ਹੁੰਦੀਆਂ। ਉਸ ਕੇਸ ਦੇ ਵਿੱਚ ਸਿਰਫ ਤੁਹਾਡੀ ਆਫਰ ਲੈਟਰ ਦੀ ਫੀਸ ਹੈ ਜਿਹੜੀ ਉਹ ਖਰਾਬ ਹੋ ਸਕਦੀ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ ਹੋਣਾ। ਸੋ ਤੁਸੀਂ ਸਭ ਤੋਂ ਪਹਿਲਾਂ ਤੇ ਆਪਣੀ ਜਿਹੜੀ ਕੰਡੀਸ਼ਨਸ ਆ ਉਹ ਪੂਰੀਆਂ ਕਰੋ। ਕੰਡੀਸ਼ਨਸ ਪੂਰੀਆਂ ਕਰਕੇ ਹੀ ਤੁਸੀਂ ਅੱਗੇ ਵਧ ਸਕਦੇ ਹੋ। ਸੋ ਨੈਕਸਟ ਮੈਂ ਇਹੀ ਚਾਹੂੰਗਾ ਕਿ ਜਿਹੜਾ ਤੁਸੀਂ ਟਰਨ ਅਰਾਊਂਡ ਟਾਈਮ ਆ ਜਿਹੜਾ ਆਫਰ ਦਾ, ਉਹ ਵੈਸੇ ਦੇਖਿਆ ਜਾਵੇ ਤੇ ਕੁਝ ਕਾਲਜ 5 ਦਿਨ ਦੇ ਵਿੱਚ ਵੀ ਆਫਰ ਦਿੰਦੇ ਨੇ ਔਰ ਕੁਝ ਕਾਲਜਸ ਕੁਝ ਕਾਲਜਸ ਨੇ ਜਿਹੜੇ ਕਿ ਆਫਰ ਲੈਟਰ ਜਿਹੜੀ ਹੈ ਉਹ 15 ਡੇਜ਼ ਦਿੰਦੇ ਨੇ। ਕੁਝ ਕਾਲਜ ਦਾ ਟਰਨ ਅਰਾਊਂਡ ਟਾਈਮ ਹੈ ਰਿਐਲਿਟੀ ਦੇ ਵਿੱਚ 4 ਵੀਕਸ ਦਾ ਹੈ ਔਰ ਕੁਝ ਕਾਲਜ ਦਾ ਰਿਐਲਿਟੀ ਦੇ ਵਿੱਚ ਵੀ 6 ਵੀਕ ਹੈਗਾ। ਬਟ ਇਹ ਨਾ ਹੋਏ ਕਿ 6 ਵੀਕ ਬਾਅਦ ਕਾਲਜ ਤੁਹਾਨੂੰ ਕਵੇ ਕਿ ਮੈਂ ਤੁਹਾਨੂੰ ਡਿਕਲਾਈਨ ਕਰਦਾ ਬਿਕੋਜ਼ ਯੂ ਆਰ ਨਾਟ ਮੀਟਿੰਗ ਅਪ ਦਾ ਕ੍ਰਾਈਟੀਰੀਆ ਜਿਹੜਾ ਕਿ ਇਸ ਪ੍ਰੋਗਰਾਮ ਦੇ ਲਈ ਹੈਗਾ। ਇਹਦੇ ਵਿੱਚ ਕਿਹਦਾ ਫਾਲਟ ਆਇਆ? ਇਹਦੇ ਵਿੱਚ ਫਾਲਟ ਆ ਤੁਹਾਡੇ ਕੰਸਲਟੈਂਟ ਦਾ, ਜਿਹਨੇ ਤੁਹਾਡੀ ਐਲੀਜੀਬਿਲਿਟੀ ਇਨੀਸ਼ੀਅਲ ਸਟੇਜ ਦੇ ਉੱਤੇ ਚੈੱਕ ਨਹੀਂ ਕੀਤੀ, ਜਿਸ ਕਰਕੇ ਤੁਹਾਨੂੰ ਪ੍ਰੋਬਲਮ ਆਈ ਹੈ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਚੈੱਕ ਕਰੋ। ਟਰਨ ਅਰਾਊਂਡ ਟਾਈਮ ਜਿਹੜਾ ਕਾਲਜ ਦਾ ਹੁੰਦਾ ਵਾ ਉਹਦੇ ਵਿੱਚ ਜ਼ਰੂਰ ਕਾਲਜ ਆਫਰ ਦਿੰਦੇ ਨੇ। ਕਿਤੇ ਨਾ ਕਿਤੇ ਮਿਸਟੇਕ ਹੋ ਸਕਦੀ ਹੈ ਆਪਣੇ ਐਂਡ ਤੋਂ, ਕਿਤੇ ਨਾ ਕਿਤੇ ਮਿਸਟੇਕ ਹੋ ਸਕਦੀ ਹੈ ਤੁਹਾਡੇ ਕੰਸਲਟੈਂਟ, ਤੁਹਾਡੇ ਏਜੰਟ ਦੇ ਐਂਡ ਤੋਂ। ਨੈਕਸਟ ਪੁਆਇੰਟ ਮੇਰੇ ਕੋਲ ਸੀਗਾ ਕਿ ਟਿਊਸ਼ਨ ਫੀਸ ਦੇ ਉੱਤੇ ਕੀ ਇੰਪੋਰਟੈਂਸ ਹੈ। ਟਿਊਸ਼ਨ ਫੀਸ ਅੱਜ ਕਈ ਵਾਰ ਸਾਡੀ ਆਫਰ ਆ ਜਾਂਦੀ, ਬੱਚੇ ਕਨਫਿਊਜ਼ ਹੁੰਦੇ ਨੇ ਕਿ ਮੇਰੇ ਪਾਸ ਆਈ ਐਮ ਹੈਵਿੰਗ 2-3 ਆਫਰਸ, ਬਟ ਮੈਂ ਕਨਫਿਊਜ਼ ਹੈਗਾ ਵਾ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਵਾ, ਕਿਹੜੇ ਕਿਹੜੇ ਕਾਲਜ ਵਿੱਚ ਜਾਣਾ ਚਾਹੀਦਾ ਵਾ। ਸੋ ਜਿੱਦਾਂ ਹੀ ਤੁਹਾਡੀ ਆਫਰ ਆਉਂਦੀ ਹੈ ਯੂ ਸ਼ੁੱਡ ਮੀਟ ਯੂਅਰ ਕੰਸਲਟੈਂਟ। ਤੁਹਾਡੇ ਜਿਹੜੇ ਕੰਸਲਟੈਂਟ ਨੇ ਤੁਸੀਂ ਉਹਨਾਂ ਨੂੰ ਮਿਲੋ, ਜਿਹੜੇ ਤੁਹਾਡੇ ਕਾਉਂਸਲਰ ਹੈ ਤੁਸੀਂ ਉਹਨਾਂ ਨੂੰ ਮਿਲੋ ਔਰ ਉਹਨਾਂ ਤੋਂ ਪੁੱਛੋ ਕਿ ਇਹਨਾਂ ਦੀ ਤਿੰਨਾਂ ਆਫਰਾਂ ਦੀ ਕੀ ਕੀ ਇੰਪੋਰਟੈਂਸ ਹੈਗੀ ਆ। ਇਹ ਜਿਹੜੇ ਪ੍ਰੋਗਰਾਮਸ ਮੇਰੇ ਆਏ ਨੇ, ਇਹਨਾਂ ਪ੍ਰੋਗਰਾਮਸ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਤੁਸੀਂ ਬੈਨੀਫਿਸ਼ੀਅਲ ਹੋ ਸਕਦੇ ਨੇ, ਇਹਦੇ ਕੀ ਆਊਟਕਮਸ ਹੈਗੇ ਨੇ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੁੱਛਣੀਆਂ ਪੈਣਗੀਆਂ। ਦੈਨ ਯੂ ਕੈਨ ਫਾਈਨਲਾਈਜ਼। ਜੇ ਤੁਹਾਡਾ ਕੰਸਲਟੈਂਟ ਨਹੀਂ ਆਨਸਰ ਕਰ ਪਾ ਰਿਹਾ ਦੈਨ ਯੂ ਸ਼ੁੱਡ ਕੰਟੈਕਟ ਟੂ ਲੈਂਡ ਇਮੀਗ੍ਰੇਸ਼ਨ ਸੋ ਦੈਟ ਅਸੀਂ ਜਿਹੜਾ ਵਾ ਤੁਹਾਨੂੰ ਬੈਟਰ ਗਾਈਡ ਕਰ ਪਾਵਾਂਗੇ। ਔਰ ਡੈਫੀਨੇਟਲੀ ਮੈਂ ਹਰ ਸਟੂਡੈਂਟ ਨਾਲ ਖੁਦ ਮਿਲਦਾ ਵਾਂ, ਸੋ ਇਸ ਕਰਕੇ ਤੁਸੀਂ ਕਹਿ ਸਕਦੇ ਹੋ।
ਸੋ ਨੈਕਸਟ ਪੁਆਇੰਟ ਮੇਰੇ ਕੋਲ ਹੈਗਾ ਵਾ GIC ਅਕਾਊਂਟ ਪ੍ਰੋਸੈਸਿੰਗ ਟਾਈਮ। ਇਹਦਾ ਪ੍ਰੋਸੈਸਿੰਗ ਟਾਈਮ ਤਾਂ ਚਲੋ ਕੁਝ ਵੀ ਨਹੀਂ ਹੁੰਦਾ, ਪ੍ਰੋਸੈਸਿੰਗ ਟਾਈਮ ਤਾਂ ਇਟਸ ਓਨਲੀ 5 to 10 days maximum. But what is the right time to apply for GIC, and what is the right time to go for the GIC account, to open the account, to transfer the money to the Canada? ਇਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਆ। GIC ਇੰਪੋਰਟੈਂਟ ਆ, ਜਿਸ ਤਰ੍ਹਾਂ ਹੀ ਤੁਹਾਡਾ ਆਫਰ ਲੈਟਰ ਆ ਜਾਂਦਾ ਹੈ ਉਸ ਤੋਂ ਪਹਿਲਾਂ ਪਹਿਲਾਂ ਆਪਣਾ ਅਕਾਊਂਟ ਜਿਹੜਾ ਇੰਡੀਅਨ ਅਕਾਊਂਟ ਹੈ ਉਹ ਪ੍ਰਿਪੇਅਰ ਕਰਕੇ ਰੱਖਣਾ ਹੈ। ਇੰਡੀਅਨ ਅਕਾਊਂਟ, ਸੋ ਇੰਡੀਅਨ ਅਕਾਊਂਟ ਪ੍ਰਿਪੇਅਰ ਕਰਕੇ ਰੱਖਣਾ ਹੈ ਤੁਸੀਂ, ਰਾਈਟ। ਸੋ ਤਾਂ ਕਿ ਜਿਸ ਤਰ੍ਹਾਂ ਹੀ ਆਫਰ ਤੁਹਾਡੀ ਆਉਂਦੀ ਹੈ, ਤੁਹਾਡਾ ਜਿਹੜਾ ਇੰਡੀਅਨ ਅਕਾਊਂਟ ਹੈ ਉਹਦੇ ਵਿੱਚ ਤੁਹਾਡਾ ਪੈਸਾ ਪਿਆ ਹੈ 6 ਲੱਖ ਰੁਪਇਆ ਜਾਂ 6 ਲੱਖ 10,000 20,000 ਜਾਂ 25,000, ਜੋ ਵੀ ਕਰੰਸੀ ਦੀ ਬਣਦਾ ਵਾ, ਵੇਰੀਏਸ਼ਨ ਦੇ ਹਿਸਾਬ ਨਾਲ, ਕਰੰਸੀ ਰੇਟ ਦੇ ਹਿਸਾਬ ਨਾਲ ਉਹ ਤੁਹਾਡਾ ਪੈਸਾ ਪਿਆ ਹੈ। ਜਿਸ ਤਰ੍ਹਾਂ ਹੀ ਤੁਹਾਡੀ ਆਫਰ ਆਉਂਦੀ ਹੈ ਤੁਸੀਂ ਆਪਣਾ GIC ਦਾ ਅਮਾਊਂਟ ਟ੍ਰਾਂਸਫਰ ਕਰਕੇ ਅੱਗੇ ਵੱਧ ਸਕਦੇ ਹੋ। ਸੋ GIC ਜਿਹੜਾ ਤੁਹਾਡਾ ਬੈਂਕ ਅਕਾਊਂਟ ਇੰਡੀਅਨ ਹੈਗਾ ਉਹ ਤੁਹਾਡੀ ਆਫਰ ਤੋਂ ਪਹਿਲਾਂ ਖੁੱਲ ਜਾਣਾ ਚਾਹੀਦਾ, ਉਹਦੇ 'ਚ ਪੈਸਾ ਆ ਜਾਣਾ ਚਾਹੀਦਾ। ਜਿਸ ਤਰ੍ਹਾਂ ਹੀ ਤੁਹਾਡਾ ਆਫਰ ਆਉਂਦਾ ਵਾ ਉਹ ਟ੍ਰਾਂਸਫਰ ਹੋ ਜਾਣਾ ਚਾਹੀਦਾ। ਪ੍ਰਾਇਓਰਟਾਈਜ਼ ਕਰੋ, ਹਰ ਚੀਜ਼ਾਂ ਨੂੰ ਪ੍ਰਾਇਓਰਟਾਈਜ਼ ਕਰਨ ਦੀ ਲੋੜ ਹੈਗੀ ਹੈ, ਸੋ ਤਾਂ ਕਿ ਤੁਸੀਂ ਜਿਹੜਾ ਵਾ ਸਮੇਂ ਸਿਰ ਆਪਣਾ ਵੀਜ਼ਾ ਲੈ ਸਕੋ। ਅੱਜ ਲਾਈਵ ਕਰਨ ਦਾ ਮਕਸਦ ਕੀ ਹੈ? ਲਾਈਵ ਦਾ ਮਕਸਦ ਹੈ ਕਿ ਤੁਸੀਂ ਜਿਹੜਾ ਆਪਣਾ ਵੀਜ਼ਾ ਪ੍ਰੋਸੈਸ ਹੈ ਉਹਨੂੰ ਬਹੁਤ ਸਮੂਥ ਬਣਾ ਸਕੋ। ਸਮੂਥ ਪ੍ਰੋਸੈਸ ਨਾਲ ਕੀ ਹੁੰਦਾ, ਤੁਹਾਡੇ ਹਰਡਲਸ ਫ੍ਰੀ ਰਹੇਗਾ, ਬਿਲਕੁਲ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਦੋਂ ਤੁਹਾਡਾ ਜਿਹੜਾ ਹੈ ਉਹ ਵੀਜ਼ਾ ਆ ਚੁੱਕਿਆ ਹੈਗਾ। ਨੈਕਸਟ ਐਂਡ ਮੈਡੀਕਲ ਦੀ ਗੱਲ ਕਰ ਰਿਹਾ ਸੀ, ਤੇ ਮੈਡੀਕਲ ਤੁਸੀਂ ਸ਼ੁਰੂਆਤੀ ਦੌਰ 'ਚ ਹੀ ਕਰਾ ਸਕਦੇ ਹੋ। ਜਿਸ ਤਰ੍ਹਾਂ ਹੀ ਤੁਹਾਡੀ ਆਫਰ ਆਉਂਦੀ ਹੈ ਤੁਸੀਂ ਆਪਣਾ ਮੈਡੀਕਲ ਬੁੱਕ ਕਰਵਾ ਕੇ ਆਪਣਾ ਮੈਡੀਕਲ ਡਨ ਕਰਵਾਓ। ਬਿਕਾਜ਼ ਤੁਹਾਨੂੰ ਮੈਂ ਦੱਸ ਦੇਵਾਂ, ਕਈ ਵਾਰ ਕੀ ਹੁੰਦਾ ਹੈ, ਸਟੂਡੈਂਟ ਬਿਲਕੁਲ ਐਂਡ ਮੋਮੈਂਟ ਦੇ ਉੱਤੇ ਜਾ ਕੇ ਜਦੋਂ ਸਾਰੇ ਡਾਕੂਮੈਂਟੇਸ਼ਨ ਬਣ ਚੁੱਕੇ ਆ, ਹਰ ਚੀਜ਼ ਹੋ ਚੁੱਕੀ ਆ, ਫਾਈਲ ਲੌਜਮੈਂਟ ਦੀ ਦੇਰੀ ਹੁੰਦੀ ਹੈ, ਉਦੋਂ ਆਪਣਾ ਮੈਡੀਕਲ ਕਰਵਾਉਂਦੇ ਨੇ। ਸੋ ਉਹਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ, ਸਟੂਡੈਂਟ ਜਿਹੜਾ ਹੈ ਉਹ ਮੈਡੀਕਲ ਜਦੋਂ ਕਰਵਾਉਂਦਾ ਹੈ, ਮੈਡੀਕਲ ਤੋਂ 10 ਦਿਨ ਤੱਕ ਉਹਦੀ ਫਾਈਲ ਜਿਹੜੀ ਹੈ ਹਾਈ ਕਮਿਸ਼ਨ 'ਚ ਲੌਜ ਨਹੀਂ ਹੁੰਦੀ। 10 ਦਿਨ ਦਾ ਫਰਕ ਹੋਣਾ ਚਾਹੀਦਾ ਹੈ। ਸੋ ਉਹ ਤੁਸੀਂ ਇਹ ਚੀਜ਼ ਦਾ ਧਿਆਨ ਰੱਖੋ, ਜਿਹੜਾ ਲੌਜਮੈਂਟ ਹੈ ਉਹਨੂੰ ਬਿਲਕੁਲ ਹਰਡਲ ਫ੍ਰੀ ਬਣਾਉਣ ਦੇ ਲਈ ਤੁਸੀਂ ਸਟਾਰਟਿੰਗ ਚੀਜ਼ ਜਿੱਦਾਂ ਹੀ ਤੁਹਾਡਾ ਆਫਰ ਆ ਗਿਆ ਤੁਸੀਂ ਆਪਣਾ ਮੈਡੀਕਲ ਬਿਲਕੁਲ ਨੈਕਸਟ ਡੇ ਦੇ ਵਿੱਚ ਬੁੱਕ ਕਰਵਾਓ, ਔਰ ਆਪਣੇ ਮੈਡੀਕਲ ਨੂੰ ਪਹਿਲਾਂ ਹੀ ਕਰਵਾ ਕੇ ਰੱਖੋ ਤਾਂ ਕਿ ਮੈਡੀਕਲ ਟਾਈਮਲੀ ਹਾਈ ਕਮਿਸ਼ਨ ਤੱਕ ਪਹੁੰਚੇ। ਡਿਊ ਟੂ ਮੈਡੀਕਲ ਤੁਹਾਡੀ ਫਾਈਲ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ। ਇੰਪੋਰਟੈਂਟ ਪੁਆਇੰਟ, ਸਟੇਟਮੈਂਟ ਆਫ ਪਰਪਸ। ਮੈਨੂੰ ਲੱਗਦਾ ਕਿ ਅੱਜ ਮੈਂ ਜਿਹੜਾ ਆ ਸਿਰਫ ਕੈਨੇਡਾ ਹੀ ਕਵਰ ਕਰ ਪਾਊਂਗਾ। ਮੈਂ ਜਿਹੜਾ US ਕਵਰ ਅਪ ਕਰੂੰਗਾ, ਜਿਹੜਾ US ਮੈਂ ਕਵਰ ਅਪ ਕਰੂੰਗਾ ਉਹ ਮੈਂ ਥਰਸਡੇ ਦੇ ਲਾਈਵ ਦੇ ਵਿੱਚ ਕਰੂੰਗਾ। ਵੀਰਵਾਰ ਨੂੰ ਫਿਰ ਮਿਲਾਂਗੇ ਰਾਤੀ 9 ਵਜੇ ਦੇ ਟਾਈਮਿੰਗ ਦੇ ਉੱਤੇ ਹੀ। ਸੋ ਸਭ ਤੋਂ ਪਹਿਲਾਂ ਅੱਜ SOP ਦੇ ਉੱਤੇ ਗੱਲ ਕਰ ਲੈਣਾ, ਜਿਹੜਾ ਟਾਈਮ ਬਚਿਆ ਹੈ ਉਹ SOP ਦੇ ਉੱਤੇ ਗੱਲ ਕਰਾਂਗੇ। ਸਟੇਟਮੈਂਟ ਆਫ ਪਰਪਸ ਸੀ, ਜਿੰਨਾ ਮਰਜ਼ੀ ਤੁਹਾਨੂੰ ਤੁਹਾਡਾ ਕੰਸਲਟੈਂਟ ਕਹਿ ਲੇ ਕਿ ਸਟੇਟਮੈਂਟ ਆਫ ਪਰਪਸ ਉਹਦੀ ਜ਼ਿੰਮੇਵਾਰੀ ਹੈ, ਪਰ ਮੈਨੂੰ ਲੱਗਦਾ ਵਾ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਬੱਚੇ ਦੀ ਹੈ। ਬੱਚੇ ਦਾ ਵੀਜ਼ਾ ਹੈ, ਬੱਚੇ ਦਾ ਭਵਿੱਖ ਹੈਗਾ ਵਾ। ਜੇ ਬੱਚੇ ਨੇ, ਮੈਂ ਕਈ ਬੱਚਿਆਂ ਨੂੰ ਮਿਲਦਾ, ਮੈਂ ਤਾਂ ਇਹ ਪੁਆਇੰਟ ਛੇੜਿਆ ਹੈ ਕਿਉਂਕਿ ਮੈਂ ਬਹੁਤ ਸਟੂਡੈਂਟ ਨੂੰ ਮਿਲਿਆ, ਔਰ ਜਦੋਂ ਮਿਲਦਾ ਵਾ ਤੇ ਸਟੂਡੈਂਟ ਕਹਿੰਦਾ ਜੀ, ਮੈਂ ਕਿਹਾ ਬੇਟਾ ਰਿਫਿਊਜ਼ਲ ਆ ਗਈ, ਕਹਿੰਦਾ ਹਾਂਜੀ। ਮੈਂ ਕਿਹਾ ਬੇਟਾ ਆਪਣੇ ਡਾਕੂਮੈਂਟ ਦਿਓ। ਮੈਂ ਕਿਹਾ SOP, ਕਹਿੰਦਾ ਜੀ ਉਹ ਤਾਂ ਦਿੱਤੀ ਨਹੀਂ ਉਹਨਾਂ ਨੇ। ਮੈਂ ਕਿਹਾ ਲਾਈ ਸੀ ਉਦੋਂ ਦੇਖਿਆ ਸੀ, ਕਹਿੰਦੇ ਨਹੀਂ ਜੀ ਉਦੋਂ ਵੀ ਨਹੀਂ ਦਿਖਾਈ ਜੀ। ਮੈਂ ਆਮ ਰੀਅਲੀ ਸ਼ੌਕਡ ਕਿ ਇਹ ਗੱਲਾਂ ਅੱਜ ਵੀ ਅਸੀਂ ਤੁਸੀਂ ਸਟੂਡੈਂਟ ਜਿਹੜੇ ਹੋ, ਯੂ ਆਰ ਗੋਇੰਗ ਫॉर ਹਾਇਰ ਸਟੱਡੀਜ਼, ਮਤਲਬ ਪੜ੍ਹੇ ਲਿਖੇ ਹੋ, ਔਰ ਤੁਸੀਂ ਉਹਨਾਂ ਨਾਲ ਉਸ ਅੰਦਾਜ਼ 'ਚ ਗੱਲ ਕਰੋ ਕਿ ਸਾਨੂੰ ਜਿਹੜੀ ਹੈ ਸਟੇਟਮੈਂਟ ਆਫ ਪਰਪਸ ਬਿਫੋਰ ਲੌਜਮੈਂਟ ਚਾਹੀਦੀ ਹੈ, ਐਂਡ ਵਿਦ ਦ ਐਕਨੋਲਜਮੈਂਟ ਆਫ ਦ ਸਟੂਡੈਂਟ ਹੀ ਫਾਈਲ ਲੌਜ ਹੋਣੀ ਚਾਹੀਦੀ ਹੈ ਸਟੇਟਮੈਂਟ ਆਫ ਪਰਪਸ। तो इनिशियली स्टेटमेंट ऑफ पर्पस आप बनानी शुरू करो। कुछ भी आउट ऑफ द सिलेबस नहीं है, जिंदगी च जो कीता वो लिखना है। ਜੈਨੂਅਨਲੀ ਜੋ ਤੁਸੀਂ ਕੀਤਾ ਉਹ ਲਿਖਣਾ ਹੈ। ਹਜ਼ਾਰਾਂ ਸੈਂਪਲ ਤੁਹਾਨੂੰ ਜਿਹੜੇ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਮਿਲ ਜਾਣਗੇ। ਹਜ਼ਾਰਾਂ ਸੈਂਪਲਸ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਲਣਗੇ, ਔਰ ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਕੋਈ ਵੀ ਕਮੀ ਹੈਗੀ ਹੈ। SOPs what, ਸਟੇਟਮੈਂਟ ਆਫ ਪਰਪਸ, ਤੁਹਾਡਾ ਕੀ ਪਰਪਸ ਆ, ਕਿਉਂ ਤੁਸੀਂ ਸੋਚਿਆ ਕੈਨੇਡਾ ਜਾਣ ਦੇ ਲਈ, ਐਸਾ ਕਿਆ ਚਮਤਕਾਰ ਹੋਇਆ, ਐਸੀ ਕਿਹੜੀ ਗੱਲ ਹੋਈ ਤੁਸੀਂ ਸੋਚਿਆ। ਜੇ ਤੁਸੀਂ ਹਾਇਰ ਐਜੂਕੇਸ਼ਨ ਜਾਣਾ ਚਾਹੁੰਦੇ, ਕੀ ਤੁਹਾਡਾ ਪਲਾਨ ਹੈ ਚਾਈਲਡਹੁੱਡ ਤੋਂ ਸੀ, ਕਿ ਜਦੋਂ ਤੁਸੀਂ 12th ਵਿੱਚ ਆਏ ਔਰ ਤੁਹਾਡੇ ਕੁਝ ਦੋਸਤ ਚਲੇ ਗਏ ਫਿਰ ਤੁਹਾਡਾ ਪਲਾਨ ਬਣਿਆ, ਜਾਂ ਜਦੋਂ ਤੁਸੀਂ 10th ਕ੍ਰਾਸ ਕੀਤੀ, ਜਦੋਂ ਤੁਸੀਂ ਸਬਜੈਕਟ ਦੀ ਚੋਣ ਕਰ ਰਹੇ ਸੀ ਉਦੋਂ ਹੀ ਮਾਈਂਡ ਦੇ ਵਿੱਚ ਆ ਗਿਆ ਕਿ ਯੈਸ ਆਈ ਵਾਂਟ ਟੂ ਗੋ ਟੂ ਕੈਨੇਡਾ, ਔਰ ਆਈ ਵਾਂਟ ਟੂ ਗੋ ਟੂ ਐਨੀ ਅਦਰ ਪਲੇਸ ਇਨ ਅਬਰੋਡ। ਤੇ ਜ਼ਰੂਰੀ ਨਹੀਂ ਕੈਨੇਡਾ ਹੀ ਜਾਂਦੇ ਸਾਰੇ,
ਸੋ ਤੁਸੀਂ ਉਹਦੇ ਲਈ ਤੁਸੀਂ ਜ਼ਰੂਰ ਲਿਖਣਾ ਹੈ ਕਿ ਇਹ ਕੀ ਚੀਜ਼ ਹੈ, ਤੁਸੀਂ ਕਿੱਦਾਂ ਸੋਚਿਆ, ਸਟਾਰਟਅਪ ਕੀ ਸੀਗਾ ਤੁਹਾਡਾ, ਸੋਚ ਕਦੋਂ ਪੈਦਾ ਹੋਈ ਤੁਹਾਡੇ ਅੰਦਰ ਕਿ ਤੁਸੀਂ ਕਹਿਣਾ ਚਾਹਣਾ ਹੈ। ਉਸ ਸੋਚਣ ਤੋਂ ਬਾਅਦ ਤੁਸੀਂ ਅੱਗੇ ਵਧੇ, ਤੁਸੀਂ ਆਪਣੀ ਐਜੂਕੇਸ਼ਨ ਨਾਲ ਕੰਪਲੀਟ ਕਰਦੇ ਕਿ ਆਪਣੀ ਐਜੂਕੇਸ਼ਨ ਦਾ ਵੇਰਵਾ ਦੇ ਦਿਓ ਜੀ ਮੈਂ ਇਹ ਕੀਤਾ ਹੈ। ਫਿਰ ਤੁਸੀਂ ਦੱਸੋ ਕਿ 10th ਤੋਂ ਬਾਅਦ ਤੁਸੀਂ ਜਿਹੜੇ ਆਪਣੇ ਸਬਜੈਕਟ ਦੀ ਚੋਣ ਜਿਹੜੀ ਕੀਤੀ ਹੈ ਉਹ ਇਸੇ ਤਰ੍ਹਾਂ ਕੀਤੀ ਹੈ ਕਿ ਤੁਸੀਂ ਅੱਗੇ ਜਾ ਕੇ ਬਾਹਰ ਕੀ ਪ੍ਰੋਗਰਾਮ ਕਰਨਾ ਚਾਹੁੰਦੇ ਸੀ। ਉਦੋਂ ਹੀ ਸੋਚ ਲਿਆ ਸੀ ਅਸੀਂ 2 ਸਾਲ ਪਹਿਲਾਂ, 3 ਸਾਲ ਪਹਿਲਾਂ, ਜਦੋਂ 11ਵੀਂ ਚ ਹੋ ਗਏ ਸੀ ਕਿ ਮੈਂ ਬਾਹਰ ਜਾ ਕੇ ਕੰਪਿਊਟਰ ਦਾ ਪ੍ਰੋਗਰਾਮ ਕਰਨਾ, ਮੈਂ ਬਾਹਰ ਜਾ ਕੇ ਪ੍ਰੋਗਰਾਮਿੰਗ ਪੜ੍ਹਨੀ, ਮੈਂ ਸੌਫਟਵੇਅਰ ਪੜ੍ਹਨਾ, ਮੈਂ ਨੈਟਵਰਕਿੰਗ ਕਰਨੀ ਹੈ, ਮੈਂ ਸਿਵਲ ਇੰਜੀਨੀਅਰਿੰਗ ਕਰੂੰਗਾ, ਮੈਂ ਹॉस्पिटैलिटी करना चाਹੁੰਦਾ, ਮੈਂ ਕੁਕਰੀ 'ਚ ਮੇਰਾ ਬਹੁਤ ਇੰਟਰਸਟ ਹੈ। ਉਦੋਂ ਹੀ ਪਲੈਨਿੰਗ ਹੋ ਗਈ ਸੀ। ਤਾਂ ਇਸ ਤਰ੍ਹਾਂ ਮੈਂ ਪਲਾਨ ਕੀਤਾ ਔਰ ਉਸ ਤੋਂ ਬਾਅਦ ਮੇਰੇ ਪੇਰੈਂਟਸ ਨੇ ਵੀ ਮੈਨੂੰ ਐਨਕਰੇਜ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਆਪਣੀ ਫਾਈਨੈਂਸ਼ੀਅਲੀ ਦੇਖੇ ਐਸੈਟਸ ਕਿ ਕੀ ਸਾਡੇ ਫਾਈਨੈਂਸ਼ੀਅਲ ਐਸੈਟਸ ਨੇ। ਤਾਂ ਫਾਈਨੈਂਸ਼ੀਅਲ ਐਸੈਟਸ ਦੇ ਨਾਲ ਫਿਰ ਤੁਸੀਂ ਅੱਗੇ ਵਧੇ ਔਰ ਫਿਰ ਤੁਸੀਂ ਕਾਲਜ ਨੂੰ ਫਾਈਂਡ ਆਊਟ ਕੀਤਾ ਜਿਹੜਾ ਤੁਹਾਡੇ ਬਜਟ ਦੇ ਵਿੱਚ ਹੈਗਾ, ਜਿਹੜਾ ਕਾਲਜ ਤੁਹਾਡੇ ਬਜਟ ਦੇ ਵਿੱਚ ਆਉਂਦਾ ਵਾ ਔਰ ਬਜਟ ਦੇ ਵਿੱਚ ਆ ਕੇ ਤੁਸੀਂ ਉਹਨੂੰ ਅੱਗੇ ਜਾ ਸਕਦੇ ਹੋ, ਕਿਉਂਕਿ ਬਜਟਿੰਗ ਬਹੁਤ ਜ਼ਰੂਰੀ ਹੈ। ਅੱਜ ਤੁਹਾਡੀ ਫੈਮਿਲੀ ਦੀ ਇਨਕਮ ਅਗਰ 6 ਲੱਖ ਹੈ ਔਰ ਤੁਸੀਂ ਪ੍ਰੋਗਰਾਮ ਜਿਹੜਾ ਲਿਆ ਉਹਦੀ ਫੀਸ 10 ਲੱਖ ਹੈ, ਤੁਸੀਂ ਕਿਸ ਤਰ੍ਹਾਂ ਜਸਟੀਫਾਈ ਕਰੋਗੇ ਕਿ ਤੁਸੀਂ ਕਿੱਦਾਂ ਅੱਗੇ ਵਧੋਗੇ, ਕਿਵੇਂ ਤੁਹਾਡੀ ਫੈਮਿਲੀ ਜਿਹੜੀ ਹੈ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਕਰੂਗੀ। ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ। ਜਦੋਂ ਅਸੀਂ ਆਨਲਾਈਨ ਬੈਠਦੇ ਹਾਂ ਸਮਾਂ ਥੋੜਾ ਜਿਹਾ ਘੱਟ ਹੁੰਦਾ ਵਾ ਔਰ ਮੈਂ ਜਿਹੜਾ ਟਾਈਮ ਵੀ ਇਦਾਂ ਦਾ ਚੁਣਿਆ ਵਾ ਥੋੜਾ ਜਿਹਾ 9 ਵਜੇ ਦੇ ਕਰੀਬ, ਥੋੜਾ ਔਡ ਟਾਈਮ ਆ ਬਟ ਮੈਨੂੰ ਲੱਗਦਾ ਕਿ ਦਿਨ ਦੇ ਸਾਰੇ ਕੰਮ ਕਾਜ ਤੋਂ ਵਿਹਲੇ ਹੋ ਕੇ ਥੋੜਾ ਜਿਹਾ ਸਮਾਂ ਹੁੰਦਾ ਵਾ ਜੋ ਤੋਂ ਜ਼ਿਆਦਾਤਰ ਲੋਕ ਆਪਣੇ ਮੋਬਾਈਲਸ ਦੇ ਉੱਤੇ ਹੁੰਦੇ ਨੇ। ਸੋ ਮੇਕ ਸ਼ੋਰ ਕਰਦਾ ਵਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਹੋਰ ਵੀ ਜ਼ਿਆਦਾ ਕਲਾਇੰਟ ਜਿਹੜੇ ਨੇ ਜੁੜਨਗੇ, ਵਿਊਅਰਸ ਹੋਣਗੇ, ਤੁਸੀਂ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰੋਗੇ ਮੈਕਸਿਮਮ, ਤਾਂ ਕਿ ਅਸੀਂ ਮੈਂ ਜਿਹੜੀ ਇਨਫੋਰਮੇਸ਼ਨ ਪਹੁੰਚਾਉਣਾ ਚਾਹੁੰਦਾ ਵਾਂ, ਜਿਹੜਾ ਮੇਰਾ ਆਪਣਾ 15 ਸਾਲ ਦਾ ਤਜਰਬਾ ਆ ਉਹ ਤੁਹਾਡੇ ਲੋਕਾਂ ਤੱਕ ਪਹੁੰਚ ਸਕੇ, ਤੁਸੀਂ ਬਾਹਰ ਜਾ ਸਕੋ। ਤੁਸੀਂ ਘੁੰਮਣ ਜਾਣਾ ਚਾਹੁੰਦੇ ਹੋ, ਤੁਸੀਂ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ, ਤੁਸੀਂ ਕਿਸ ਤਰ੍ਹਾਂ ਪਲੈਨਿੰਗ ਕਰ ਰਹੇ ਹੋ, ਤੁਸੀਂ ਵਿਜ਼ਿਟਰ ਵੀਜ਼ਾ ਪਲਾਨ ਕਰ ਰਹੇ ਹੋ, ਤੁਸੀਂ ਡਿਪੈਂਡੈਂਟ ਕੈਟਾਗਰੀ ਵਾਲੇ ਹੋ, ਤੁਸੀਂ ਤੁਹਾਡੇ ਵਾਈਫ ਜਾਂ ਹਸਬੈਂਡ ਜਾ ਚੁੱਕੇ ਨੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲੈਣਾ ਚਾਹੁੰਦੇ ਹੋ, ਕਿਸੇ ਵੀ ਇਨਫੋਰਮੇਸ਼ਨ ਦੇ ਲਈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਐਡੂਲੈਂਡ ਦੇ ਪੈਨਲ ਦੇ ਉੱਤੇ CIC ICC ਮੈਂਬਰ IRCC ਮੈਂਬਰ ਵੀ ਨੇ ਜਿਹੜੇ ਕਿ ਅਲਬਰਟਾ 'ਚ ਬੈਠਦੇ ਨੇ। ਸੋ ਵਧੇਰੀ ਜਾਣਕਾਰੀ ਲਈ ਅਗਰ ਕੁਝ ਡੀਪ ਨੌਲੇਜ ਚਾਹੀਦੀ ਜਾਂ ਮੀਟਿੰਗ ਕਰਨਾ ਚਾਹੁੰਦੇ ਹੋ ਤੁਸੀਂ IRCC ਮੈਂਬਰ ਦੇ ਨਾਲ, ਤਾਂ ਡੈਫੀਨੇਟਲੀ ਅਸੀਂ ਤੁਹਾਡੀ ਜਿਹੜੀ ਹੈ ਅਪਾਇੰਟਮੈਂਟ ਬੁੱਕ ਕਰਾਂਗੇ ਔਰ ਅਸੀਂ ਵੀ ਮੈਂ ਨਾਲ ਹੋਵਾਂਗਾ ਤੁਹਾਡੇ, ਚਰਚਾ ਕਰਾਂਗੇ ਤੁਹਾਡੀ ਫਾਈਲ ਦੇ ਉੱਤੇ, ਤੁਹਾਡੀ ਗੱਲਬਾਤ ਕਰਾਂਗੇ। ਕਈ ਵਾਰੀ ਬਹੁਤ ਸਾਰੇ ਕੰਪਲਿਕੇਟਡ ਕੇਸਿਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਨਵੋਲਵਮੈਂਟ ਜ਼ਰੂਰੀ ਹੁੰਦੀ ਹੈ, ਸੁਪਰਵਿਜ਼ਨ ਜ਼ਰੂਰੀ ਹੁੰਦੀ ਹੈ IRCC ਮੈਂਬਰ ਦੀ। ਮੈਂ IRCC ਮੈਂਬਰ ਨਹੀਂ ਹੈਗਾ, ਰੀਜ਼ਨ ਬੀਇੰਗ IRCC ਦੇ ਲਈ ਪਹਿਲਾਂ ਕੈਨੇਡਾ ਜਾਣਾ ਪੈਂਦਾ ਹੈ, ਉੱਥੇ ਪੱਕੇ ਹੋਣਾ ਪੈਂਦਾ, PR ਲੈਣੀ ਪੈਂਦੀ ਹੈ, ਉੱਥੇ ਹੀ ਰਹਿਣਾ ਪੈਂਦਾ ਹੈ, ਫਿਰ IRCC ਮੈਂਬਰ ਬੰਦਾ ਬਣ ਸਕਦਾ ਹੈ। ਸੋ ਮੈਨੂੰ ਇੰਡੀਆ ਨਾਲ ਪਰਸਨਲੀ ਬਹੁਤ ਪਿਆਰ ਹੈ, ਮੈਂ ਇੰਡੀਆ ਦੇ ਵਿੱਚ ਹੀ ਰਹਿਣਾ ਚਾਹੁੰਦਾ ਵਾਂ, ਮੈਂ ਇੱਥੇ ਰਹਿ ਕੇ ਸਟੂਡੈਂਟਸ ਨੂੰ ਵਧੀਆ ਗਾਈਡੈਂਸ ਦੇਣਾ ਚਾਹੁੰਦਾ ਵਾਂ। ਤੋ ਤੁਹਾਨੂੰ ਕੋਈ ਵੀ ਗਾਈਡੈਂਸ ਚਾਹੀਦੀ ਆ IRCC ਮੈਂਬਰ ਤੋਂ ਤੇ ਤੁਸੀਂ ਸਾਨੂੰ ਕੁਐਰੀ ਕਰ ਸਕਦੇ ਹੋ, ਮੀਟਿੰਗ ਫਿਕਸ ਕਰਾਂਗੇ। ਅਲਬਰਟਾ ਤੋਂ ਨੇ ਸਾਰਾ ਕੁਝ ਸੁਪਰਵਿਜ਼ਨ ਹੋਏਗੀ ਤੁਹਾਡੀ, ਤੁਹਾਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜਿੰਨਾ ਮਰਜ਼ੀ ਟਫ ਕੇਸ ਹੋਵੇ, ਜਿੰਨਾ ਮਰਜ਼ੀ ਔਖਾ ਕੇਸ ਹੋਵੇ, ਐਡੂਲੈਂਡ ਦੀ ਟੀਮ ਜਿਹੜੀ ਹੈ ਤੁਹਾਡੇ ਨਾਲ ਹਮੇਸ਼ਾ ਹਾਜ਼ਰ ਰਹੇਗੀ। ਕੋਈ ਵੀ ਕਨਫਿਊਜ਼ਨ ਹੁੰਦੀ ਹੈ ਤੁਹਾਨੂੰ ਕਿਸੇ ਦੇ ਲਈ ਵੀ, ਯੂ ਕੈਨ ਕੰਟੈਕਟ ਵਿਦ ਅਸ ਔਨ 9915562155 99155 62155 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਔਰ ਅਸੀਂ ਤੁਹਾਡੇ ਤੋਂ ਸਿਰਫ ਇੱਕ ਫੋਨ ਕਾਲ ਅਵੇ ਹੈਗੀ ਹੈ। ਜੇ ਤੁਸੀਂ ਅੱਜ ਵੀ ਸਪਟੈਂਬਰ ਇਨਟੇਕ ਦੇ ਲਈ ਜਾਣਾ ਚਾਹੁੰਦੇ ਹੋ ਜਾਂ ਜੁਲਾਈ ਇਨਟੇਕ ਵੀ ਅਵੇਲੇਬਲ ਹੈ ਕੁਝ ਜਗ੍ਹਾ ਦੇ ਉੱਤੇ, ਸੋ ਤੁਸੀਂ ਐਡੂਲੈਂਡ ਦੀ ਟੀਮ ਨੂੰ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਡੀ ਆਫਰ ਲੈਟਰ ਪ੍ਰੋਸੈਸ ਕਰਾਂਗੇ ਸੇਮ ਡੇ ਦੇ ਉੱਤੇ, ਤੁਹਾਡੀ ਆਫਰ ਲੈਟਰ ਪ੍ਰੋਸੈਸ ਹੋਏਗੀ ਸੇਮ ਡੇ। ਸੋ ਡੋਂਟ ਵਰੀ, ਅਸੀਂ ਤੁਹਾਡੇ ਨਾਲ ਖੜੇ ਜੇ ਕੋਈ ਵੀ ਕਿਤੇ ਵੀ ਕਨਫਿਊਜ਼ਨ ਹੈਗੀ ਹੈ। ਸੋ ਥੈਂਕ ਯੂ ਵੈਰੀ ਮਚ ਫਰੈਂਡਸ, ਮੈਂ ਫਿਰ ਦੁਬਾਰਾ ਤੋਂ ਤੁਹਾਡੇ ਰੂਬਰੂ ਹੋਵਾਂਗਾ on Thursday at same time 9 p.m. sharp. Thank you very much. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।